ਪੰਕਜ ਬੰਧਨ ਪਦ ਸਿਮਰਉ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗਾ ਗੁਰ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਹਰ ਗੋਬਿੰਦ ਸ਼ੁਭ ਸੁਮਤ ਪਰਕਾ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦਾਂ ਬਾਰ ਬਾਰ ਜਗਦੀਸਾ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਧਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਧਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਪ੍ਰਥਮ ਰਾਗ ਸ਼੍ਰੀ ਰਾਗ ਲਿਖਾਵਾ। ਕਰ ਅਨੇਕ ਮੈਂ ਜਾਏ ਸੁਗਾਵਾ। ਕਿਤਕ ਲਿਖੇ ਜਬ ਬੂਝਤ ਪਏ। ਕਹੋ ਗੁਰਦਾਸ ਜਾਨ ਪੀ ਲਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਰਾਇਣ ਨਰਪਤ ਨਮਸਕਾਰੈ। ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ। जुग हो जुग अटल चवर छतर तख्त के मालिक साहिबे कमाल दयानिध स्वामी सतगुरु धन धन श्री गुरु ग्रंथ साहिब जी महाराज। सतगुरां दी पावन छत्र छाया हेठ जुड़ बैठी गुरु स्वरूप गुरु खालसा साध संगत जी। सतगुरां ने अपार रहमत कीती है। गुरु चरणा पास जुड़मल बैठन दा सुभाग बख्शिया। अमृत बाणी दे कीर्तन आप जी ने सरवण कीते हन। उपरंत लड़ीवार गुर इतिहास की कथा सरवण करन वास्ते आप जी हाजरियां भर रहे हो।
ਕੱਲ ਦੇ ਪ੍ਰਕਰਣਾਂ ਵਿੱਚ ਆਪ ਜੀ ਨੇ ਕਥਾ ਸਰਵਣ ਕੀਤੀ ਸੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਤਿਨਾਂ ਦੇ ਪਾਸੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਸਰੂਪ ਲਿਖਾਣਾ ਆਰੰਭ ਕਰਾਇਆ। ਸਭ ਤੋਂ ਪਹਿਲਾਂ ਸ੍ਰੀ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦਰਜ ਕੀਤੀ ਮਹਾਰਾਜ ਨੇ। ਮੰਗਲਾਚਰਨ ਦਰਜ ਕੀਤਾ। ਫਿਰ ਸ੍ਰੀ ਜਪਜੀ ਸਾਹਿਬ ਜੀ ਦੀਆਂ 4.5 ਪੌੜੀਆਂ ਜਿਨ੍ਹਾਂ ਵਿੱਚ ਬ੍ਰਹਮ ਗਿਆਨ ਦਾ ਵਰਣਨ ਕੀਤਾ ਹੈ। 1.5 ਪੌੜੀ ਫਿਰ ਦਰਜ ਕੀਤੀ ਜਿਹਦੇ ਵਿੱਚ ਗੁਰੂ ਦੀ ਮਹਿਮਾ ਕੀਤੀ ਹੈ। ਇਸੇ ਪ੍ਰਕਾਰ ਫਿਰ ਜੇ ਜੁਗ ਚਾਰੇ ਆਰਜਾ ਇਸ ਪਾਵਨ ਪੌੜੀ ਨੂੰ ਮਹਾਰਾਜ ਨੇ ਦਰਜ ਕੀਤਾ ਜਿਹਦੇ ਵਿੱਚ ਬਰਾਗ ਦਾ ਉਪਦੇਸ਼ ਬਖਸ਼ਿਆ ਹੈ। ਫਿਰ ਸਰਵਣ ਦੇ ਮਹਾਤਮ ਦੀਆਂ 4 ਪੌੜੀਆਂ, ਮਨਨ ਦੇ ਮਹਾਤਮ ਦੀਆਂ ਫਿਰ ਪੌੜੀਆਂ, 5 ਪ੍ਰਵਾਨ, 5 ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਫਿਰ ਨਿਧਿਆਸਣ ਦਾ ਜ਼ਿਕਰ ਕੀਤਾ ਮਹਾਰਾਜ ਨੇ। 4 ਜਿਹੜੀਆਂ ਪੌੜੀਆਂ, ਤੂੰ ਸਦਾ ਸਲਾਮਤ ਨਿਰੰਕਾਰ, ਬ੍ਰਹਮ ਗਿਆਨ ਦੀ ਸ਼ਖਸਿਆਤਾ ਦੇ ਉੱਪਰ ਮਹਾਰਾਜ ਨੇ ਪੌੜੀਆਂ ਉਚਾਰੀਆਂ। ਇਸੇ ਪ੍ਰਕਾਰ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਬਾਣੀ ਉਚਾਰਨ ਕਰਕੇ ਇਹਦਾ ਨਾਮ ਜਪ ਰੱਖਿਆ। ਜਪ ਨਾਮ ਜਪਣ ਦਾ ਹੈ, ਜਪ ਨਾਮ ਜਾਣਨ ਦਾ ਹੈ। ਜਾਣੇਗਾ ਉਹੀ ਜਿਹੜਾ ਜਪੇਗਾ, ਜਪੇ ਬਿਨਾ ਜਾਣਿਆ ਨਹੀਂ ਜਾ ਸਕਦਾ। ਤੋ ਜਾਣਨ ਵਾਸਤੇ ਹੀ ਜਪਣਾ ਹੈ। ਤਾਂ ਜਿਸ ਨੂੰ ਜਾਣਨਾ ਹੈ ਔਰ ਜਿਸ ਨੂੰ ਜਪਣਾ ਹੈ, ਸ੍ਰੀ ਜਪਜੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਅੰਦਰ ਮਹਾਰਾਜ ਨੇ ਇਹੀ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਕਿ ਜਪਣਾ ਕਿਹਨੂੰ ਹੈ, ਜਾਣਨਾ ਕਿਸ ਨੂੰ ਹੈ। ਔਰ ਜਿਹੜਾ ਜਾਣ ਲੈਂਦਾ ਹੈ, ਦਰਗਾਹ ਦੇ ਵਿੱਚ ਜਾ ਕੇ ਕਿਹੜੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ, ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਵਸ ਜਾਏ, ਨਾ ਉਹ ਮਰਦੇ ਨੇ ਨਾ ਉਹ ਠੱਗੇ ਜਾਂਦੇ ਨੇ। ਜਿਸ ਸੱਚਖੰਡ ਵਿੱਚ ਪ੍ਰਭੂ ਦਾ ਵਾਸ ਹੈ, ਉਸੇ ਹੀ ਖੰਡ ਵਿੱਚ ਜਾ ਕੇ ਉਹ ਵੀ ਵਸ ਜਾਂਦੇ ਆ, ਭੇਦ ਹੋ ਜਾਂਦੇ ਵਾਹਿਗੁਰੂ ਵਿੱਚ। ਤੋ ਐਸੀ ਮਹਾਰਾਜ ਨੇ ਪਾਵਨ ਪਵਿੱਤਰ ਸਿਰਮੌਰ ਅੰਮ੍ਰਿਤ ਬਾਣੀ ਉਚਾਰਨ ਕੀਤੀ ਹੈ। ਆਓ ਅਗਲੇ ਪ੍ਰਕਰਨ ਸਰਵਣ ਕਰੀਏ। ਸੁਰਤੀਆਂ ਬਿਰਤੀਆਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਪਾਸ ਜੋੜੀਏ। ਮਨ ਦੀ ਇਕਾਗਰਤਾ ਵਾਸਤੇ, ਜੀਵਨ ਅਰ ਰਸਨਾ ਦੇ ਕਲਿਆਣ ਵਾਸਤੇ ਸਰਬੱਤ ਸੰਗਤਾਂ ਪ੍ਰੇਮ ਸਹਿਤ ਜਪੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਪ੍ਰਥਮ ਰਾਗ ਸ਼੍ਰੀ ਰਾਗ ਲਿਖਾਵਾ। ਸ੍ਰੀ ਜਪਜੀ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦਰਜ ਕੀਤੀ। ਫਿਰ ਮਹਾਰਾਜ ਨੇ ਸੋਦਰ ਦਰਜ ਕੀਤੀ। ਸੋਦਰ ਤੋਂ ਬਾਅਦ ਸੋਲੇ ਦੀ ਬਾਣੀ ਨੂੰ ਦਰਜ ਕੀਤਾ। ਸਾਡੀਆਂ ਨਿਤਨੇਮ ਦੀਆਂ ਬਾਣੀਆਂ ਨੇ। ਉਪਰੰਤ ਮਹਾਰਾਜ ਨੇ ਪਹਿਲਾ ਰਾਗ ਸ੍ਰੀ ਰਾਗ ਦਰਜ ਕੀਤਾ ਹੈ। ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਰਚਨਾ ਮਹਾਰਾਜ ਨੇ ਕੀਤੀ ਹੈ, ਬੜੀ ਬਾ ਕਮਾਲ ਦੀ ਹੈ। ਰਾਗਾਂ ਦੀ ਜਿਹੜੀ ਤਰਤੀਬ ਵੀ ਹੈ, ਉਹ ਵੀ ਸਾਡੇ ਅਧਿਆਤਮਕ ਜੀਵਨ ਦੇ ਨਾਲ ਸੰਬੰਧ ਰੱਖਦੀ ਹੈ। ਭਾਵਾਂ ਕਿ ਜਿਹੜੇ ਰਾਗ ਨੇ, ਸਮੇਂ-ਸਮੇਂ ਦੇ ਰਾਗ ਨੇ। ਸ੍ਰੀ ਰਾਗ ਜਿਹੜਾ ਹੈ ਜੀ, ਇਹ ਸੰਧੀ ਪ੍ਰਕਾਸ਼ ਕਰਕੇ ਨਾ ਸੰਧਿਆ ਦਾ, ਸ਼ਾਮ ਦਾ ਰਾਗ ਮੰਨਿਆ ਜਾਂਦਾ। ਸੰਧੀ ਪ੍ਰਕਾਸ਼ ਦਾ ਮਤਲਬ ਹੁੰਦਾ ਵੀ ਇਹਨੂੰ ਗਾਉਣ ਦਾ ਜਿਹੜਾ ਸਮਾਂ, ਕੁਝ ਸਮਾਂ ਸੂਰਜ ਡੁੱਬਣ ਤੋਂ ਪਹਿਲਾਂ, ਕੁਝ ਸਮਾਂ ਡੁੱਬਣ ਤੋਂ ਬਾਅਦ, ਇਹਨੂੰ ਕਹਿੰਦੇ ਸੰਧੀ ਪ੍ਰਕਾਸ਼। ਸੂਰਜ ਡੁੱਬਣ ਤੋਂ ਪਹਿਲਾਂ ਤੇ ਡੁੱਬਣ ਤੋਂ ਬਾਅਦ। ਪਰ ਮਹਾਰਾਜ ਨੇ ਇਸ ਰਾਗ ਨੂੰ ਦਰਜ ਸਭ ਤੋਂ ਪਹਿਲਾਂ ਕੀਤਾ ਹੈ, ਯਾਨੀ ਰਾਤਰੀ ਦਾ ਰਾਗ ਦਰਜ ਪਹਿਲਾਂ ਕੀਤਾ ਗਿਆ।
ਜਿਹੜੀ ਕਰਤਾਰਪੁਰ ਸਾਹਿਬ ਵਾਲੀ ਇਹ ਬੀੜ ਮਹਾਰਾਜ ਨੇ ਲਿਖਵਾਈ, ਇਹਦਾ ਸਭ ਤੋਂ ਅਖੀਰਲਾ ਸੰਪੂਰਨਤਾ ਵਾਲਾ ਰਾਗ ਪ੍ਰਭਾਤੀ ਹੈ। ਪ੍ਰਭਾਤੀ ਰਾਗ ਅੰਮ੍ਰਿਤ ਵੇਲੇ ਦਾ, ਸ੍ਰੀ ਰਾਗ ਸੰਧਿਆ ਦਾ, ਸ਼ਾਮ ਦਾ ਰਾਗ ਹੈ। ਜੇ ਅਸੀਂ ਆਪਣੀ ਜੀਵਨ ਤਰਤੀਬ ਨੂੰ ਵੇਖੀਏ ਤੇ ਜੀਵਨ ਤਰਤੀਬ ਸਵੇਰ ਤੋਂ ਪ੍ਰਭਾਤ ਤੋਂ ਸ਼ੁਰੂ ਹੁੰਦੀ ਤੇ ਸ਼ਾਮ ਤੱਕ ਜਾਂਦੀ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਰਾਗਾਂ ਦੀ ਤਰਤੀਬ ਜਿੱਥੋਂ ਆਰੰਭ ਹੁੰਦਾ ਉਹ ਰਾਗ ਸ਼ਾਮ ਦਾ, ਜਿੱਥੇ ਸਮਾਪਤੀ ਹੁੰਦੀ ਉਹ ਰਾਗ ਸਵੇਰ ਦਾ। ਇਹਦਾ ਕਾਰਨ ਇਹ ਹੈ ਕਿ ਜਦੋਂ ਅਸੀਂ ਆਪਣੇ ਅੰਦਰ ਦੇ ਅਧਿਆਤਮਿਕ ਜੀਵਨ ਵੱਲ ਝਾਤੀ ਮਾਰੀਏ, ਸਾਡੇ ਜੀਵਨ ਦੇ ਵਿੱਚ ਹਨੇਰਾ ਹੀ ਹਨੇਰਾ ਹੈ, ਅਗਿਆਨਤਾ ਹੀ ਅਗਿਆਨਤਾ ਹੈ। ਜਦੋਂ ਜਗਿਆਸੂ ਚੱਲਦਾ ਤੁਰਦਾ ਹੈ ਧਰਮ ਦੇ ਰਾਹ ਦੇ ਉੱਪਰ, ਉਹਨੂੰ ਪਹਿਲਾਂ ਇਹ ਗਿਆਨ ਹੋਣਾ ਸ਼ੁਰੂ ਹੁੰਦਾ ਵੀ ਮੈਂ ਅਗਿਆਨੀ ਆ। ਜਦੋਂ ਆਪਣੀ ਅਗਿਆਨਤਾ ਦਾ ਗਿਆਨ ਹੋਣਾ ਸ਼ੁਰੂ ਹੁੰਦਾ ਹੈ, ਉਦੋਂ ਅਗਿਆਨਤਾ ਮਿਟਣ ਲੱਗਦੀ ਹੈ। ਬਾਣੀ ਨੂੰ ਕਮਾਉਂਦਾ ਕਮਾਉਂਦਾ ਫਿਰ ਪ੍ਰਭਾਤ ਤੱਕ ਚਲਾ ਜਾਂਦਾ ਹੈ। ਯਾਤਰਾ ਸ਼ੁਰੂ ਹੋਈ ਹਨੇਰੇ ਤੋਂ, ਸ਼ਾਮ ਤੋਂ, ਯਾਤਰਾ ਕਰਦਾ 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 ਪ੍ਰਭਾਤ ਤੱਕ ਪਹੁੰਚ ਗਿਆ, ਅੰਦਰ ਗਿਆਨ ਦਾ ਚਾਨਣ ਹੋ ਗਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਇਸ ਕਰਕੇ ਮਹਾਰਾਜ ਨੇ ਜਿਹੜਾ ਪ੍ਰਭਾਤੀ ਰਾਗ ਹੈ ਉਹ ਸੰਪੂਰਨਤਾ ਦਾ ਰਾਗ ਰੱਖਿਆ ਤੇ ਪਹਿਲਾ ਰਾਗ ਸ੍ਰੀ ਰਾਗ ਸ਼ਾਮ ਦਾ ਰੱਖਿਆ। ਪਰ ਜਿਹੜੀ ਬੀੜ ਦਮਦਮਾ ਸਾਹਿਬ ਵਾਲੀ ਹੈ ਉਹਦੇ ਵਿੱਚ 31 ਨੰਬਰ ਰਾਗ ਜਿਹੜਾ ਉਹ ਜੈਜਾਵੰਤੀ ਰਾਗ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਕੋਈ ਆਖੇ ਵੀ ਫਿਰ ਤਰਤੀਬ ਇੱਥੇ ਖਰਾਬ ਹੋ ਜਾਂਦੀ ਹੈ। ਜਦੋਂ ਪ੍ਰਭਾਤ ਹੋ ਜਾਂਦੀ ਹੈ ਨਾ, ਬ੍ਰਹਮ ਗਿਆਨ ਦਾ ਚਾਨਣਾ ਹਿਰਦੇ ਵਿੱਚ ਹੋ ਜਾਂਦਾ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਾ ਇਕਸ ਬਿਨ ਕੋਏ, ਨਾਨਕ ਹੀ ਲੱਛਣ ਬ੍ਰਹਮ ਗਿਆਨੀ ਹੋਏ। ਜਦੋਂ ਇਹ ਅਵਸਥਾ ਬਣ ਜਾਂਦੀ ਹੈ ਉਦੋਂ ਫਿਰ ਜੈ ਜੈਕਾਰ ਹੋਣੀ ਸ਼ੁਰੂ ਹੋ ਜਾਂਦੀ ਹੈ। ਜੈ ਜੈਵੰਤੀ ਦਾ ਭਾਵ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜਿਨ੍ਹਾਂ ਦੇ ਮਨ ਤੇ ਤਨ ਵਿੱਚ ਪ੍ਰਭੂ ਵਸ ਜਾਏ ਉਹਨਾਂ ਦੀ ਜੈ ਜੈਕਾਰ ਹਰ ਕੋਈ ਕਰਦਾ। ਮਾਨਸ ਕਿਆ ਵਿਚਾਰਾ ਤਿਹੋ ਲੋਕ ਸੁਣਾਏ ਸੀ। ਮਾਤ ਲੋਕ ਦੀ ਗੱਲ ਕੀ ਕਰੀਏ, ਪ੍ਰਮਾਤਮਾ ਉਹਨਾਂ ਦੀ ਜੈ ਜੈਕਾਰ, ਉਹਨਾਂ ਦੇ ਜਸ ਦਾ ਵਾਜਾ ਤਿੰਨਾਂ ਲੋਕਾਂ ਵਿੱਚ ਵਜਾਉਂਦਾ ਹੈ। ਇਹ ਤਰਤੀਬ ਇਸ ਕਰਕੇ ਮਹਾਰਾਜ ਨੇ ਇਸ ਤਰੀਕੇ ਨਾਲ ਬੰਨੀ ਹੈ। ਅਗਿਆਨਤਾ ਤੋਂ ਯਾਤਰਾ ਸਾਡੀ ਸ਼ੁਰੂ ਹੁੰਦੀ ਹੈ, ਪ੍ਰਭਾਤ ਬ੍ਰਹਮ ਗਿਆਨ ਤੇ ਜਾ ਕੇ ਇਹ ਸੰਪੂਰਨ ਹੁੰਦੀ ਹੈ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਦੋਂ ਸਿੱਖ ਸੰਪੂਰਨ ਹੋ ਜਾਂਦਾ ਹੈ, ਬ੍ਰਹਮ ਦਾ ਰੂਪ ਹੋ ਜਾਂਦਾ ਹੈ, ਅਧੂਰਾਪਣ ਖਤਮ ਹੋ ਜਾਂਦਾ ਹੈ। ਤੋ ਸ੍ਰੀ ਰਾਗ ਦਾ ਇੱਕ ਹੋਰ ਅਖਾਣ ਕਿਹਾ ਜਾਂਦਾ ਹੈ ਵੀ ਜਦੋਂ ਸ੍ਰੀ ਰਾਗ ਕੋਈ ਚੰਗਾ ਗਵਈਆ ਗਾਵੇ, ਸਮੇਂ ਦਾ ਰਾਗ, ਕਹਿੰਦੇ ਮੁਰਦਾ ਜੀਵਤ ਹੋ ਜਾਂਦਾ ਹੈ, ਐਸਾ ਕਿਹਾ ਜਾਂਦਾ ਹੈ। ਚਲੋ ਇਹ ਤਾਂ ਇੱਕ ਵੱਖਰਾ ਪੱਖ ਹੈ, ਪਰ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ। ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਰਾਗਾਂ ਵਿੱਚ ਸ਼੍ਰੋਮਣੀ ਰਾਗ ਹੈ, ਜਿਨ੍ਹਾਂ ਨੇ ਇਸ ਰਾਗ ਦੀ ਕਮਾਈ ਕਰ ਲਈ ਨਾ, ਹਿਰਦੇ ਵਿੱਚ ਪ੍ਰੇਮ ਧਾਰਨ ਕਰਕੇ ਗੁਰੂ ਦੇ ਬਚਨ ਕਮਾ ਲਏ, ਉਹ ਆਤਮਿਕ ਤਲ ਤੇ ਜੀਵਤ ਹੋ ਜਾਂਦੇ ਨੇ। ਜਿੱਥੇ ਅਸੀਂ ਆਤਮਿਕ ਤਲ ਤੇ ਮੁਰਦੇ ਆ ਨਾ, ਤੇ ਜਦੋਂ ਬਾਣੀ ਦਾ ਵਾਜਾ ਅੰਦਰ ਵੱਜਦਾ, ਜਿਵੇਂ ਸਰੀਰ ਵਿੱਚ ਪਾਉਣ ਦਾ ਵਾਜਾ ਵੱਜਦਾ ਤੇ ਸਰੀਰ ਹਰਕਤ ਕਰਦਾ, ਜਦੋਂ ਅਸੀਂ ਆਪਣੇ ਮਨ ਦੇ ਅੰਦਰ ਸ਼ਬਦ ਦਾ ਵਾਜਾ ਵਜਾਉਣਾ ਸ਼ੁਰੂ ਕਰ ਦਿੱਤਾ ਤੇ ਇਹ ਮੁਰਦਾ ਮਨ ਵੀ ਜੀਵਤ ਹੋ ਜਾਂਦਾ। ਇਹ ਸ੍ਰੀ ਰਾਗ ਦਾ ਭਾਵ ਹੈ। ਜਿੱਥੇ ਸ੍ਰੀ ਰਾਗ ਗਾਇਨ ਕਰਨ ਦੇ ਨਾਲ ਮੁਰਦੇ ਵਿੱਚ ਪ੍ਰਾਣ ਪੈ ਜਾਂਦੇ ਨੇ, ਐਸਾ ਕਿਹਾ ਜਾਂਦਾ ਹੈ। ਐਸੇ ਹੀ ਜਦੋਂ ਗੁਰੂ ਨਾਨਕ ਸਾਹਿਬ ਦੇ ਬਚਨਾਂ ਦੀ ਕੋਈ ਕਮਾਈ ਕਰਦਾ, ਉਹ ਵੀ ਆਪਣੇ ਮਨ ਤੇ ਤਲ ਦੇ ਉੱਪਰ ਜੀਵਤ ਹੋ ਜਾਂਦਾ ਹੈ। ਅਸਲੀ ਜੀਵਨ ਉਦੋਂ ਇਹਨੂੰ ਪ੍ਰਾਪਤ ਹੁੰਦਾ ਹੈ। ਤੋ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਜਿਹੜੀ ਸ੍ਰੀ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪਹਿਲਾਂ ਲਿਖਵਾਈ, ਦਰਜ ਕਰਾਈ ਹੈ। ਕਰ ਅਨੇਕ ਮੈਂ ਜਾਏ ਸੁਗਾਵਾ। ਅਨੇਕਾਂ ਘਰਾਂ ਦੇ ਅੰਦਰ ਅੰਮ੍ਰਿਤ ਬਾਣੀ ਨੂੰ ਗਾਇਨ ਕਰਕੇ ਮਹਾਰਾਜ ਨੇ ਦਰਜ ਕੀਤਾ ਹੈ। ਕਿਤਕ ਲਿਖੇ ਜਬ ਬੂਜਤ ਪਏ। ਜਦੋਂ ਕੁਝ ਕੁ ਸ਼ਬਦ ਦਰਜ ਕਰ ਦਿੱਤੇ, ਪੰਜਵੇਂ ਪਾਤਸ਼ਾਹ ਜੀ ਭਾਈ ਗੁਰਦਾਸ ਜੀ ਨੂੰ ਪੁੱਛਦੇ ਹਨ, ਕਹੋ ਗੁਰਦਾਸ ਜਾਨ ਪੀ ਲਏ। ਸਤਿਗੁਰੂ ਕਹਿੰਦੇ ਭਾਈ ਗੁਰਦਾਸ ਜੀ ਜਿਹੜੇ ਸ਼ਬਦ ਲਿਖ ਰਹੇ ਹੋ,
ਕਿ ਇਹਨਾਂ ਸ਼ਬਦਾਂ ਨੂੰ ਤੁਸੀਂ ਜਾਣ ਲਿਆ ਹੈ। ਹਾਥ ਜੋੜ ਕੈ ਬਾਕ ਬਖਾਨਿਓ ਦੋਨੇ ਹੱਥ ਬੰਨ ਕਰਕੇ ਭਾਈ ਗੁਰਦਾਸ ਜੀ ਬੇਨਤੀ ਕਰਦੇ ਹਨ। ਰਾਵਰ ਕੀ ਕਰੁਣਾ ਤੇ ਜਾਣਿਓ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਨਾਲ ਮੈਂ ਜਾਣ ਲਿਆ। ਇਹ ਬਚਨ ਬੜਾ ਗਹਿਰਾ ਹੈ, ਕੇਵਲ ਇਹਨੂੰ ਇੱਕ ਪਛਾਣ ਮਾਤਰ ਨਾ ਜਾਣੀਏ ਵੀ ਮੈਨੂੰ ਤੁਹਾਡੀ ਬਾਣੀ ਦੀ ਪਛਾਣ ਹੈ ਵੀ ਇਹ ਬਚਨ ਤੁਹਾਡੇ ਨੇ। ਇਹ ਪਛਾਣ ਉਹੀ ਕਰੇਗਾ ਜਿਹਨੇ ਜਾਣਿਆ। ਜਾਣਨ ਤੋਂ ਬਿਨਾ ਪਛਾਣ ਨਹੀਂ ਨਾ, ਤੇ ਪਛਾਣ ਤੋਂ ਬਿਨਾ ਫਿਰ ਜਾਣਕਾਰੀ ਵੀ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ ਜੀ ਜਾਣਿਆ ਹੈ ਪਰ ਤੁਹਾਡੀ ਕਿਰਪਾ ਦੇ ਨਾਲ ਜਾਣਿਆ ਹੈ। ਪਤ ਕੋ ਬਚਬੋ ਨਰਨ ਮਝਾਰੀ ਭਾਈ ਸਾਹਿਬ ਨੇ ਉਦਾਹਰਣ ਦਿੱਤੀ ਮਹਾਰਾਜ ਜੀ, ਜਿਵੇਂ ਬਹੁਤ ਸਾਰੇ ਪੁਰਸ਼ਾਂ ਦੇ ਵਿੱਚ ਕਿਸੇ ਇੱਕ ਔਰਤ ਦਾ ਪਤੀ ਬੈਠਾ ਹੈ। ਲੀਤ ਪਛਾਨ ਦੁਰੀ ਜਿਮ ਨਾਰੀ ਉਹ ਜਿਹੜੀ ਨਾਰੀ ਹੈ ਉਹ ਘਰ ਦੇ ਵਿੱਚ ਬੈਠੀ ਅੰਦਰ ਛਪੀ ਹੋਈ ਹੈ, ਪਰ ਬਾਹਰ ਜਿਹੜੇ ਉਹ ਪੁਰਸ਼ ਨੇ ਉਹ ਬਹਿ ਕੇ ਗੱਲਾਂ ਕਰ ਰਹੇ ਨੇ। ਉਹ ਆਪਣੇ ਪਤੀ ਦੀ ਆਵਾਜ਼ ਨੂੰ ਪਹਿਚਾਣ ਲੈਂਦੀ ਹੈ ਵੀ ਮੇਰੇ ਪਤੀ ਦੀ ਆਵਾਜ਼ ਕਿਹੜੀ ਹੈ। ਭਾਵੇਂ ਬਹੁਤ ਸਾਰੇ ਪੁਰਸ਼ ਬੈਠੇ ਹੋਏ ਨੇ, ਸਾਰੇ ਹੀ ਬੋਲ ਰਹੇ ਨੇ, ਉਹਨੂੰ ਆਪਣੇ ਪਤੀ ਦੀ ਆਵਾਜ਼ ਦੀ ਪਹਿਚਾਣ ਹੁੰਦੀ ਹੈ। ਤਿਮ ਪੋਥੀ ਪਰਤੇ ਗੁਰ ਬੈਨ ਸਤਿਗੁਰੂ ਇਸੇ ਪ੍ਰਕਾਰ ਅੰਮ੍ਰਿਤ ਬਾਣੀ ਦੇ ਜਿਹੜੇ ਇਹ ਬੋਲ ਹਨ ਜੋ ਪਾਵਨ ਪਵਿੱਤਰ ਪੋਥੀ ਦੇ ਵਿੱਚ ਸੁਸ਼ੋਭਿਤ ਹਨ। ਲਿਖੀ ਪਛਾਨ ਚਤੁਰ ਗੁਰ ਜੈਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੀ ਮੈਂ ਪਹਿਚਾਣ ਕਰ ਲਈ ਹੈ। ਮੈਨੂੰ ਪਤਾ ਹੈ ਵੀ ਕਿਹੜੇ ਬੋਲ ਗੁਰੂ ਨਾਨਕ ਸਾਹਿਬ ਦੇ, ਕਿਹੜੇ ਬੋਲ ਗੁਰੂ ਅੰਗਦ ਦੇਵ ਸਾਹਿਬ ਦੇ, ਗੁਰੂ ਅਮਰਦਾਸ ਸਾਹਿਬ ਦੇ ਹਨ। ਅਪਰਨ ਕੇ ਜੋ ਸ਼ਬਦ ਬਣਾਏ ਇਸ ਤੋਂ ਇਲਾਵਾ ਜਿਹੜੇ ਸ਼ਬਦ ਹੋਰਾਂ ਦੇ ਬਣਾਏ ਹੋਏ ਹਨ। ਪਰਖ ਪਰਖ ਕਰ ਸਰਬ ਹਟਾਏ ਉਹਨਾਂ ਬੋਲਾਂ ਨੂੰ ਪਰਖ ਪਰਖ ਕਰਕੇ ਮਹਾਰਾਜ ਜੀ ਮੈਂ ਵੱਖਰਾ ਕਰ ਦਿੱਤਾ ਹੈ, ਇਸ ਪੋਥੀ ਦੇ ਵਿੱਚੋਂ ਹਟਾ ਦਿੱਤਾ ਹੈ। ਕਹਿ ਇਮ ਗਇਓ ਇਕਾਕੀ ਪਏ ਇੰਨੇ ਬਚਨ ਕਹਿ ਕੇ ਭਾਈ ਗੁਰਦਾਸ ਜੀ ਆਪਣੇ ਤੰਬੂ ਵਿੱਚ ਚਲੇ ਗਏ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਇਕੱਲੇ ਹੀ ਆਪਣੇ ਪਾਵਨ ਸਥਾਨ ਤੇ ਆਸਣ ਤੇ ਬਿਰਾਜਮਾਨ ਹੋਏ। ਭਗਤ ਜੋ ਆਨ ਦਿਖਾਈ ਦਏ ਜਿਹੜੇ ਭਗਤ ਜਨ ਸਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਆ ਕੇ ਦਿਖਾਈ ਦਿੱਤੇ ਹਨ। ਜਿਨ ਦੇਖਨ ਤੇ ਹੋਤੇ ਉਧਾਰਾ ਐਸੇ ਭਗਤ ਜਨ ਜਿਨ੍ਹਾਂ ਦੇ ਦਰਸ਼ਨ ਕਰਨ ਮਾਤਰ ਦੇ ਨਾਲ ਹੀ ਉਧਾਰ ਹੋ ਜਾਂਦਾ ਹੈ। ਸਾਧ ਕੈ ਸੰਗ ਨਹੀਂ ਕਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ। ਇਹੋ ਜੀ ਭਗਤੀ ਜਿਨ੍ਹਾਂ ਨੇ ਕੀਤੀ ਅਕਾਲ ਪੁਰਖ ਦੀ ਕੈਸੀ ਭਗਤੀ। ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਨ੍ਹਾਂ ਨੇ ਇਸ ਤਰ੍ਹਾਂ ਭਗਤੀ ਕੀਤੀ ਅਕਾਲ ਪੁਰਖ ਦੀ ਭਗਤੀ ਦਾ ਖਜ਼ਾਨਾ ਭੰਡਾਰ ਹੀ ਬਣ ਗਏ। ਇਹੋ ਜਿਹੇ ਭਗਤਾਂ ਦੇ ਦੀਦਾਰ ਕਰਨ ਦੇ ਨਾਲ ਉਧਾਰ ਹੋ ਜਾਂਦਾ, ਭਲਾ ਹੋ ਜਾਂਦਾ ਹੈ। ਸਤਿਗੁਰ ਦੀਨਨ ਕਰ ਪ੍ਰਤਪਾਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਨਾਂ ਦੀ ਪ੍ਰਤਪਾਲਨਾ ਕਰਦੇ ਨੇ, ਜੋ ਨਿਮਰਤਾ ਧਾਰ ਕੇ ਸ਼ਰਧਾ ਰੱਖ ਕੇ ਮਹਾਰਾਜ ਦੇ ਦਰਬਾਰ ਵਿੱਚ ਆ ਜਾਂਦਾ ਹੈ। ਇੱਕ ਬਚਨ ਆਉਂਦਾ ਬੜਾ ਸੁੰਦਰ, ਬੜਾ ਹੀ ਪਿਆਰਾ ਬਚਨ ਹੈ। ਕਹਿੰਦੇ ਪਰਮਾਤਮਾ ਦੀ ਦ੍ਰਿਸ਼ਟੀ ਵਿੱਚ ਨਾ ਇੱਕ ਪ੍ਰਤੀਬੰਧ ਹੁੰਦਾ ਹੈ। ਉਹ ਪ੍ਰਤੀਬੰਧ ਕੀ ਹੈ ਕਿ ਜਿਹੜਾ ਕਪਟ ਹੈ ਨਾ ਜੀ, ਕਪਟ ਦੇ ਉੱਤੇ ਪ੍ਰਤੀਬੰਧ ਹੁੰਦਾ ਹੈ। ਉਹਦੇ ਉੱਪਰ ਉਹਦੀ ਦ੍ਰਿਸ਼ਟੀ ਨਹੀਂ ਪੈਂਦੀ ਜਿਹੜਾ ਕਪਟੀ ਹੋਵੇ। ਇੱਕ ਬੰਦਾ ਜਿਹਦੇ ਵਿੱਚ ਔਗਣ ਨੇ ਨਾ, ਉਹ ਆਪਣੇ ਔਗਣ ਲੈ ਕੇ ਮਹਾਰਾਜ ਦੇ ਘਰ ਵਿੱਚ ਆ ਕੇ ਤੇ ਝੋਲੀ ਅੱਡ ਲੈਂਦਾ, ਕਹੋ ਨਾਨਕ ਹਮ ਨੀਚ ਕਰਮਾ। ਅਰਦਾਸ ਕਰਦਾ ਮਹਾਰਾਜ ਜੀ ਮੈਂ ਨੀਚ ਕਰਮ ਕਰਨ ਵਾਲਾ ਅਗਿਆਨੀ ਅਗਿਆਤ ਵਿਕਾਰੀ ਜੀਵ ਹਾਂ। ਤੁਮ ਕਹੀਅਤ ਹੋ ਜਗਤ ਗੁਰ ਸੁਆਮੀ। ਮਹਾਰਾਜ ਤੁਸੀਂ ਸਾਰੇ ਜਗਤ ਦੇ ਸੁਆਮੀ ਹੋ ਤੇ ਅਸੀਂ ਉਥੇ ਕਲਯੁਗ ਦੇ ਕਾਮੀ ਵਾਸ਼ਨਾ ਨਾਲ ਭਰੇ ਹੋਏ ਜੀਵ ਹਾਂ। ਹਮ ਕਹੀਅਤ ਕਲਯੁਗ ਕੇ ਕਾਮੀ। ਅਸੀਂ ਵਿਕਾਰੀ ਹਾਂ। ਭਾਵਨਾ ਲੈ ਕੇ ਭਾਵੇਂ ਔਗਣਾ ਨਾਲ ਭਰਿਆ, ਪਰ ਗੁਰੂ ਸਾਹਿਬ ਦੇ ਅੱਗੇ ਝੋਲੀ ਅੱਡ ਲਈ ਮਹਾਰਾਜ ਆਪਾਂ ਔਗਣਾ ਨਾਲ ਭਰੇ ਹੋਇਆਂ ਤੇ ਕਿਰਪਾ ਕਰ ਦਿਓ ਸਾਡੇ ਤੇ। ਉਥੇ ਫਿਰ ਕਹਿੰਦੇ ਕਿਰਪਾ ਹੋ ਜਾਂਦੀ ਹੈ। ਸਤਿਗੁਰੂ ਦੀਨਾਂ ਉੱਪਰ ਦਇਆ ਕਰ ਦਿੰਦੇ ਨੇ। ਜਦੋਂ ਕੋਈ ਸ਼ਰਧਾ ਰੱਖ ਕੇ ਨਿਮਰਤਾ ਨਾਲ ਆਪਣੇ ਔਗਣ ਗੁਰੂ ਦੇ ਮੂਹਰੇ ਰੱਖ ਦਿੰਦਾ, ਮਹਾਰਾਜ ਜੀ ਮੇਰੇ ਤਾਂ ਇਹੀ ਨੇ। ਤੇ ਦੂਸਰਾ ਉਹ ਮਨੁੱਖ ਹੁੰਦਾ ਵੀ ਔਗਣਾ ਨਾਲ ਭਰਿਆ ਵੀ ਹੋਵੇ ਤੇ ਮੰਨਦਾ ਕੋਈ ਨਹੀਂ ਵੀ ਮੈਂ ਤਾਂ ਕੁਝ ਨਹੀਂ ਕੀਤਾ ਜੀ। ਕਹਿੰਦੇ ਉਥੇ ਫਿਰ ਪ੍ਰਭੂ ਦੀ ਦ੍ਰਿਸ਼ਟੀ ਵਿੱਚ ਪ੍ਰਤੀਬੰਧ ਹੁੰਦਾ, ਫਿਰ ਉਹ ਦਇਆ ਨਹੀਂ ਕਰਦਾ ਉਹਨਾਂ ਉੱਪਰ ਜਿਹੜੇ ਆਪਣੇ ਔਗਣ ਨਹੀਂ ਕਬੂਲਦੇ। ਜਿਹੜੇ ਔਗਣ ਕਬੂਲ ਲੈਂਦੇ ਉਹਦੇ ਉੱਪਰ ਉਹਨਾਂ ਦੀ ਦਇਆ ਹੋ ਜਾਂਦੀ ਹੈ।
ਦੀਨ ਬਣ ਕੇ ਜਦੋਂ ਕੋਈ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ, ਉਹਨਾਂ ਦੀ ਪ੍ਰਤਪਾਲਣਾ ਮਹਾਰਾਜ ਜੀ ਕਰਦੇ, ਭਾਵੇਂ ਉਹ ਕੈਸਾ ਵੀ ਮਨੁੱਖ ਹੋਵੇ, ਭਾਵੇਂ ਕੋਈ ਸਾਧਕ ਹੈ, ਕੋਈ ਜਗਿਆਸੂ ਹੈ, ਕੋਈ ਮਮੋਕਸ਼ੂ ਹੈ, ਭਾਵੇਂ ਕੋਈ ਕਲੰਕ ਲਾ ਕੇ ਆ ਗਿਆ, ਕੋਈ ਗੁਨਾਹ ਕਰਕੇ ਆ ਗਿਆ, ਕੋਈ ਅਪਰਾਧ ਕਰਕੇ ਆ ਗਿਆ, ਮਹਾਰਾਜ ਜੀ ਸਾਰਿਆਂ ਦੀ ਪ੍ਰਤਪਾਲਣਾ ਕਰਦੇ ਹਨ। ਪਦ ਅਰਬਿੰਦ ਬੰਦਨਾ ਕੀਨਸ, ਭਗਤਾਂ ਨੇ ਆ ਕੇ ਗੁਰਦੇਵ ਦੇ ਪਾਵਨ ਚਰਨਾਂ ਕਮਲਾਂ ਤੇ ਨਮਸਕਾਰ ਕੀਤੀ ਹੈ। ਦਰਸ ਬਿਲੋਕ ਪ੍ਰੇਮ ਚਿਤ ਭੀਨਸ, ਸਤਿਗੁਰਾਂ ਦੇ ਦਰਸ਼ਨ ਕਰਕੇ ਚਿੱਤ ਪ੍ਰੇਮ ਦੇ ਨਾਲ ਭਿੱਜ ਗਿਆ। ਸਭ ਠਾਂਡੇ ਹੋਏ ਉਸਤਤ ਉਚਾਰੀ, ਭਗਤ ਜਨਾਂ ਨੇ ਮਹਾਰਾਜ ਦੇ ਸਨਮੁਖ ਖਲੋ ਕਰਕੇ ਗੁਰਦੇਵ ਦੀ ਉਸਤਤੀ ਉਚਾਰਨ ਕੀਤੀ ਹੈ। ਪਾਰ ਬ੍ਰਹਮ ਤੁਮ ਨਰ ਤਨ ਧਾਰੀ, ਇਹ ਪਾਰ ਬ੍ਰਹਮ ਪਰਮੇਸ਼ਰ ਜੀ ਤੁਸੀਂ ਮਨੁੱਖਾਂ ਦਾ ਭਲਾ ਕਰਨ ਵਾਸਤੇ ਮਨੁੱਖਾ ਸਰੀਰ ਧਾਰਨ ਕੀਤਾ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ, ਨਿਰੰਕਾਰ ਆਕਾਰ ਬਣਾਇਆ, ਜਿਹਦਾ ਕੋਈ ਵੀ ਆਕਾਰ ਨਹੀਂ, ਜੀਵਾਂ ਦਾ ਭਲਾ ਕਰਨ ਵਾਸਤੇ ਉਹਨੇ ਆਕਾਰ ਬਣਾ ਲਿਆ, ਸਰੀਰ ਧਾਰਨ ਕਰ ਲਿਆ। ਔਰ ਜਾਨ ਕਲ ਯੁਗ ਕੋ ਕਾਲਾ, ਕਲ ਯੁਗ ਦਾ ਭਿਅੰਕਰ ਸਮਾਂ ਜਾਣ ਕਰਕੇ ਜਦੋਂ ਵੇਖਿਆ ਵੀ ਜਗਤ ਦੇ ਜੀਵ ਪਾਪ ਦੀ ਅਗਨ ਵਿੱਚ ਸੜ ਰਹੇ ਨੇ, ਤ੍ਰਿਸ਼ਨਾ ਦੇ ਨਾਲ ਸੜ ਰਹੇ ਨੇ, ਕੁਰਾਏ ਪਏ ਹੋਏ ਨੇ, ਇਹਨਾਂ ਜੀਵਾਂ ਦਾ ਭਲਾ ਕਰਨ ਵਾਸਤੇ ਆਪ ਅਵਤਰੇ ਪ੍ਰਭੂ ਕਿਰਪਾਲਾ, हे ਕਿਰਪਾਲੂ ਪ੍ਰਭੂ ਜੀ, ਆਪ ਜੀ ਇਸ ਮਾਤ ਲੋਕ ਦੀ ਧਰਤੀ ਤੇ ਪ੍ਰਗਟ ਹੋਏ ਹੋ। ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ, ਮਾਨ ਸੇ ਉਤਾਰ ਧਾਰ ਦਰਸ ਦਿਖਾਏ ਹੈ। ਜਿਹਦੇ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਮੰਡ ਵਸਦੇ ਨੇ, ਉਸ ਪ੍ਰਭੂ ਅਕਾਲ ਪੁਰਖ ਨੇ ਮਾਨਸ ਰੂਪ ਧਾਰਨ ਕਰਕੇ ਇਹ ਜੀਵਾਂ ਨੂੰ ਦਿਦਾਰ ਦਰਸ਼ਨ ਬਖਸ਼ਿਸ਼ ਕੀਤੇ ਹਨ। ਭਗਤ ਵਚਲ ਬਸ ਪ੍ਰੇਮ ਗੁਸਾਈ, ਪਾਤਸ਼ਾਹ ਜੀ ਆਪ ਜੀ ਦਾ ਜਿਹੜਾ ਬਿਰਦ ਆ ਉਹ ਭਗਤ ਵਚਲ ਹੈ। ਭਗਤਾਂ ਨਾਲ ਪ੍ਰੇਮ ਕਰਨ ਵਾਲੇ ਹੋ, ਸਦਾ ਹੀ ਪ੍ਰੇਮ ਦੇ ਵਸ ਦੇ ਵਿੱਚ ਰਹਿੰਦੇ ਹੋ। ਸ਼੍ਰੀ ਅਰਜਨ ਪੰਚਮ ਤਨ ਪਾਈ, ਜਗਤ ਦੇ ਲੋਕ ਕਹਿੰਦੇ ਪ੍ਰਮਾਤਮਾ ਪਿੱਛੇ ਤੁਰਦੇ ਨੇ, ਪ੍ਰਮਾਤਮਾ ਭਗਤਾਂ ਪਿੱਛੇ ਤੁਰਦਾ ਹੈ। ਕਬੀਰ ਜੀ ਨੇ ਆਪ ਕਿਹਾ ਕਿ ਅਕਾਲ ਪੁਰਖ ਪਾਛੈ ਲਾਗੋ ਹਰ ਫਿਰੈ, ਭਇਓ ਕਬੀਰ ਕਬੀਰ। ਭਗਤਾਂ ਦੇ ਪਿੱਛੇ ਪ੍ਰਮਾਤਮਾ ਤੁਰਦਾ ਨਾ, ਲੋਕ ਪ੍ਰਮਾਤਮਾ ਪਿੱਛੇ ਜਾਂਦੇ ਨੇ, ਤਾਂ ਦੁਨੀਆ ਵਿੱਚ ਕੇਵਲ ਭਗਤ ਹੀ ਨੇ ਜਿਨ੍ਹਾਂ ਦੇ ਵਸ ਵਿੱਚ ਉਹ ਅਕਾਲ ਪੁਰਖ ਹੈ। ਸਭ ਕੋ ਤੇਰਾ ਵਸ ਅਗਮ ਅਗੋਚਰ, ਤੂੰ ਭਗਤਾ ਕੈ ਵਸ, ਭਗਤਾ ਤਾਣ ਤੇਰਾ। ਭਗਤ ਜਨ ਕਹਿੰਦੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਰੂਪ ਵਿੱਚ, ਹੈ ਅਕਾਲ ਪੁਰਖ ਆਪ ਨੇ ਪੰਜਵਾਂ ਰੂਪ ਧਾਰਨ ਕੀਤਾ ਹੈ। ਭੁਜੰਗ ਚੰਦ ਮਹਾਰਾਜ ਰਾਜਨ ਰਾਜਾ ਬਿਰਾਜੋ, ਸਤਿਗੁਰੂ ਆਪ ਜੀ ਮਹਾਰਾਜਿਆਂ ਦੇ ਮਹਾਰਾਜੇ ਹੋ, ਮਹਾਰਾਜਨ ਕੇ ਮਹਾਰਾਜਾ, ਰਾਜਿਆਂ ਦੇ ਰਾਜੇ ਹੋ, ਬਾਦਸ਼ਾਹਾਂ ਦੇ ਬਾਦਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ। ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂ ਦਾ ਸਾਹੋ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇ ਸਾਹੋ। ਕੋ ਹਰ ਸਮਾਨ ਨਹੀਂ ਰਾਜਾ। ਸਰਬ ਧਰਮ ਸੰਮੇਲਨ ਹੋਇਆ, ਆਪ ਜੀ ਨੂੰ ਗਿਆਤ ਹੋਵੇਗੀ, ਦਿੱਲੀ ਵਿਖੇ ਸਾਰੇ ਧਰਮਾਂ ਦੇ ਆਗੂ ਮੁਖੀ ਗੁਰੂ ਉੱਥੇ ਪਹੁੰਚੇ। ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਨੂੰ ਵੀ ਬੁਲਾਇਆ ਤੇ ਮਹਾਂਪੁਰਖ ਕਹਿਣ ਲੱਗੇ ਵੀ ਸਾਡਾ ਆਗੂ, ਸਾਡਾ ਨਾਇਕ, ਸਾਡੇ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ, ਜੇ ਤਾਂ ਉਹਨਾਂ ਨੂੰ ਨਿਉਂਦਾ ਦਿਓਗੇ ਤੇ ਅਸੀਂ ਵੀ ਆ ਜਾਵਾਂਗੇ, ਕਿਉਂਕਿ ਸਾਡੀ ਅਗਵਾਈ ਤਾਂ ਉਹ ਕਰਦੇ ਨੇ ਨਾ। ਜਦੋਂ ਤੁਸੀਂ ਇਸ ਸਰਬ ਧਰਮ ਦੇ ਵਿੱਚ ਸੰਮੇਲਨ ਦੇ ਵਿੱਚ ਸਾਰੇ ਧਰਮਾਂ ਦੇ ਗੁਰੂ ਸੱਦੇ ਨੇ, ਤੇ ਇੱਥੇ ਵੀ ਨਿਉਂਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਦੇਣਾ ਪਏਗਾ। ਤਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਉੱਥੇ ਚੰਦੋਏ ਵੀ ਨੇ, ਚਵਰ ਵੀ ਨੇ, ਨਗਾਰੇ ਵੀ ਨੇ, ਫਿਰ ਉੱਥੇ ਸ਼ੋਭਾ ਹੀ ਵੱਖਰੀ ਹੈ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਬਕਾਇਦਾ ਮਹਾਰਾਜ ਦਾ ਤਖਤ ਸਜਾਇਆ ਗਿਆ, ਚੰਦੋਆ ਲੱਗਿਆ, ਤੇ ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲੈ ਕੇ ਜਦੋਂ ਜਾ ਰਹੇ ਸਨ ਤੇ ਤਾਬਿਆ ਬੈਠੇ ਚਵਰ ਕਰਦੇ ਨੇ ਤੇ ਸ਼ਬਦ ਪੜ੍ਹਦੇ ਕਬੀਰ ਜੀ ਦਾ, ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਇੱਕ ਅੰਗਰੇਜ਼ ਖੜਿਆ ਸੀ ਥੱਲੇ, ਰਾਜ ਵੀ ਉਦੋਂ ਉਹਨਾਂ ਦਾ ਹੀ ਸੀਗਾ। ਉਹ ਅੰਗਰੇਜ਼ ਕਿਸੇ ਨੂੰ ਪੁੱਛਣ ਲੱਗਾ ਵੀ ਇਹ ਬਾਬਾ ਜੀ ਕੀ ਗਾਉਂਦੇ ਨੇ। ਉਹਨੇ ਸਮਝਾਇਆ, ਉਹ ਕਹਿਣ ਲੱਗਾ ਕਿ ਇਹ ਗਾਉਂਦੇ ਨੇ ਕਿ ਰੱਬ ਵਰਗਾ ਕੋਈ ਰਾਜਾ ਨਹੀਂ,
ਦੁਨੀਆ ਦੇ ਰਾਜੇ ਦੁਨੀਆ ਤੇ ਆਉਂਦੇ 4 ਦਿਨ ਦਾ ਰਾਜ ਭੋਗ ਕੇ ਚਲੇ ਜਾਂਦੇ ਨੇ, ਮਰ ਖੱਪ ਜਾਂਦੇ ਨੇ। ਉਹਨਾਂ ਦਾ ਨਗਾਰਚੀ ਵੀ ਕੋਈ ਨਹੀਂ ਰਹਿੰਦਾ। ਉਹਨਾਂ ਦੇ ਅੱਜ ਬਣੇ ਕਿਲੇ ਵੀ ਖੰਡਰ ਬਣੇ ਪਏ ਨੇ। ਅੱਜ ਵੀ ਜਾਓ ਨਾ, ਵੱਡੇ ਵੱਡੇ ਰਾਜਿਆਂ ਦੇ ਰਾਜਸਥਾਨ ਵਿੱਚ ਬੜੇ ਕਿਲੇ ਨੇ, ਸਭ ਖੰਡਰ ਹੀ ਬਣੇ ਹੋਏ ਨੇ। ਤੇ ਕਹਿੰਦੇ ਜਿੱਥੇ ਰੱਬ ਦਾ ਘਰ ਹੈ ਨਾ, ਤੇਰਾ ਘਰ ਆਨੰਦ ਵਧਾਈ ਤੁਧ ਘਰ। ਉਹਦੇ ਘਰ ਵਿੱਚ ਆਨੰਦ ਤੇ ਸਦਾ ਹੀ ਵਧਾਈਆਂ ਨੇ। ਜਿੱਥੇ ਰੋਜ਼ ਆਨੰਦ ਸਾਹਿਬ ਪੜਿਆ ਜਾਂਦਾ ਹੈ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਜਿੱਥੇ ਰਾਗ ਰਤਨ ਪਰਿਵਾਰ ਪਰਿਆ ਸ਼ਬਦ ਗਾਵਣੇ ਆਈ ਆ, ਉਹਦੇ ਘਰ ਦੇ ਵਿੱਚ ਤਾਂ ਆਨੰਦ ਹੈ, ਕਿਉਂਕਿ ਉਹ ਸਦੀਵੀ ਰਾਜਾ ਹੈ, ਉਹ ਮਹਾਰਾਜਿਆਂ ਦਾ ਮਹਾਰਾਜਾ ਹੈ। ਤੇ ਵੱਡੇ ਵੱਡੇ ਰਾਜੇ ਆਏ ਮਰ ਗਏ ਤੇ ਉਹਨਾਂ ਦੇ ਅੱਜ ਕਿਲੇ ਖੰਡਰ ਹੋਏ ਪਏ ਨੇ। ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਜਗਤ ਦੇ ਅੰਦਰ। ਇਸ ਕਰਕੇ ਗੁਰੂ ਕਲਗੀਧਰ ਜੀ ਕਹਿੰਦੇ ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜਿਆ ਔਰ ਦੂਜਾ ਕੌਣ ਧਿਆਈਐ। हे ਅਕਾਲ ਪੁਰਖ, ਤੁਸੀਂ ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ ਹੋ। ਤੁਹਾਡੇ ਜਿਹਾ ਕੋਈ ਹੋਰ ਜਗਤ ਵਿੱਚ ਨਹੀਂ। ਜਦੋਂ ਅੰਗਰੇਜ਼ ਨੇ ਬੋਲ ਸੁਣੇ ਤੇ ਕਹਿੰਦੇ ਬਾਬਾ ਜੀ ਵਾਕਿਆ ਹੀ ਸੱਚ ਕਹਿੰਦੇ ਨੇ ਕਿ ਰੱਬ ਵਰਗਾ ਦੁਨੀਆ ਵਿੱਚ ਕੋਈ ਰਾਜਾ ਨਹੀਂ, ਕਿਉਂਕਿ ਉਹਦੀ ਪਾਤਸ਼ਾਹੀ ਸਦਾ ਲਈ ਹੈ, ਕਾਇਮ ਦਾਇਮ ਸਦਾ ਪਾਤਸ਼ਾਹੀ। ਮਹਾਰਾਜ ਰਾਜਨ ਰਾਜਾ ਬਿਰਾਜੋ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਰਾਜੇ ਹੋ। ਸਭੀ ਲੋਕ ਜਾਚੇ ਸੋ ਦਾਤਾ ਸਮਾਜੋ। ਪਾਤਸ਼ਾਹ ਜੀ ਜਗਤ ਦੇ ਸਾਰੇ ਲੋਕ ਤੁਹਾਡੇ ਚਰਨਾਂ ਦੇ ਵਿੱਚੋਂ ਆ ਕਰਕੇ ਦਾਤਾ ਮੰਗਦੇ ਨੇ। ਤੁਸੀਂ ਸਾਰਿਆਂ ਦੇ ਦਾਤੇ ਹੋ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਅਸੀਂ ਭਿਖਾਰੀ ਤੇ ਤੁਸੀਂ ਮਹਾਰਾਜ ਜੀ ਦਾਤੇ ਹੋ। ਗੁਰੂ ਕਲਗੀਧਰ ਜੀ ਕਹਿੰਦੇ ਜਾਚਕ ਅਨੇਕ ਸੋ ਏਕ ਦਵਈਆ। ਸਾਰਾ ਸੰਸਾਰ ਮੰਗਤਾ ਤੇ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਉਹ ਇੱਕ ਅਕਾਲ ਪੁਰਖ ਹੈ। ਕਲੀ ਕਾਲ ਮੈਂ ਨਾਮ ਕੋ ਦਾਨ ਦੇਹੋ। ਪਾਤਸ਼ਾਹ ਕਲਯੁਗ ਦੇ ਸਮੇਂ ਵਿੱਚ ਆਪਣੇ ਪਿਆਰਿਆਂ ਨੂੰ ਤੁਸੀਂ ਨਾਮ ਦਾ ਦਾਨ ਬਖਸ਼ਿਸ਼ ਕਰਦੇ ਹੋ। ਅਨੇਕਾਨ ਦਾਸਾਨ ਕੋ ਤਾਰ ਲੈਹੋ। ਨਾਮ ਦੀ ਦਾਤ ਦੇ ਕਰਕੇ ਅਨੇਕਾਂ ਦਾਸਾਂ ਨੂੰ ਭਵ ਸਾਗਰ ਤੋਂ ਤੁਸੀਂ ਤਾਰ ਲੈਂਦੇ ਹੋ। ਗੁਰੂ ਕਲਗੀਧਰ ਜੀ ਦਾ ਫਰਮਾਨ ਹੈ, ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆਏ ਹੈ ਸੰਤ, ਅੰਤ ਲਹਿੰਗੇ ਮੁਕਤ ਫਲ ਪਾਵਹਿੰਗੇ ਭਗਵੰਤ। हे ਅਕਾਲ ਪੁਰਖ, ਜਿਹੜੇ ਉੱਠ ਕੇ ਅੰਮ੍ਰਿਤ ਵੇਲੇ ਤੇਰੇ ਨਾਮ ਨੂੰ ਜਪਣਗੇ, ਤੇਰਾ ਧਿਆਨ ਧਾਰਨ ਕਰਨਗੇ, ਅੰਤ ਕਾਲ ਮੁਕਤੀ ਫਲ ਪ੍ਰਾਪਤ ਕਰਨਗੇ, ਭਗਵੰਤ ਦਾ ਰੂਪ ਹੋ ਜਾਣਗੇ। ਮਹਾਰਾਜ ਇਸ ਤਰ੍ਹਾਂ ਦਇਆ ਦੇ ਘਰ ਵਿੱਚ ਆ ਕੇ ਨਾਮ ਦੀਆਂ ਦਾਤਾਂ ਵੰਡ ਕੇ ਆਪਣੇ ਸੇਵਕਾਂ ਨੂੰ ਆਪ ਜੀ ਭਵ ਸਾਗਰ ਤੋਂ ਤਾਰ ਦਿੰਦੇ ਹੋ। ਮਹਾਸਿੰਧ ਬਨੀ ਦਜੇ ਮੂੜ ਮਾਨੀ। ਇਹ ਜਿਹੜਾ ਭਵ ਸਾਗਰ ਹੈ, ਇਹ ਅਗਨ ਦਾ ਸਾਗਰ ਹੈ। ਇਸ ਸੰਸਾਰ ਰੂਪੀ ਅਗਨ ਦੇ ਸਾਗਰ ਵਿੱਚ ਮੂੜ ਬੁੱਧੀ ਵਾਲੇ ਜਿਹੜੇ ਜੀਵ ਨੇ, ਉਹ ਪਦਾਰਥਾਂ ਦੀ ਅਗਨ ਵਿੱਚ ਅੱਠੇ ਪੈਰ ਸੜਦੇ ਰਹਿੰਦੇ ਹਨ। ਤੂੰ ਹੀ ਏਕ ਰਾਖਾ ਕਿਰਪਾ ਜਾਏ ਠਾਨੀ। ਪਾਤਸ਼ਾਹ ਤੁਸੀਂ ਏਕ ਰਾਖੇ ਹੋ ਸਾਰਿਆਂ ਦੇ, ਸਭਨਾ ਜੀਆਂ ਕਾ ਇੱਕ ਦਾਤਾ। ਦਾਤਾ ਤੂੰ ਹੈ ਨਾ ਸਾਰਿਆਂ ਦਾ। ਨਾਮ ਦੀ ਦਾਤ ਦੇ ਕੇ ਅਗਨ ਵਿੱਚ ਸੜਨ ਤੋਂ ਤੁਸੀਂ ਰੱਖ ਲੈਂਦੇ ਹੋ। ਜਿੱਥੇ ਪਦਾਰਥ ਦੇ ਕੇ ਪ੍ਰਤਪਾਲਣਾ ਕਰਦੇ ਹੋ, ਉਥੇ ਨਾਮ ਦੀ ਦਾਤ ਦੇ ਕੇ ਮਹਾਰਾਜ ਸਾਰਿਆਂ ਦੀ ਰੱਖਿਆ ਵੀ ਤੁਸੀਂ ਆਪ ਕਰਦੇ ਹੋ। ਕੇਵਲ ਤਾਂ ਕੇਵਲ ਕਲਯੁਗ ਦੇ ਸਮੇਂ ਵਿੱਚ ਤੂੰ ਹੀ ਏਕ ਰਾਖਾ। ਤਾਂ ਹੀ ਤਾਂ ਮਹਾਰਾਜ ਜੀ ਕਹਿੰਦੇ ਤੂੰ ਮੇਰਾ ਰਾਖਾ ਸਭਨੀ ਥਾਈ। हे ਵਾਹਿਗੁਰੂ, ਹਰ ਇੱਕ ਜਗ੍ਹਾ ਤੇ ਤੁਸੀਂ ਮੇਰੇ ਰਾਖੇ ਹੋ। ਜਿੱਥੇ ਮਾਤਾ ਦੇ ਉਦਰ ਦੇ ਵਿੱਚ ਨਾਮ ਦੀ ਦਾਤ ਦੇ ਕੇ ਪ੍ਰਤਪਾਲਣਾ ਕਰਦੇ ਹੋ, ਇਸ ਭਵ ਸਾਗਰ ਵਿੱਚ ਤ੍ਰਿਸ਼ਨਾ ਦੀ, ਮਾਇਆ ਦੀ, ਪਦਾਰਥਾਂ ਦੀ ਅਗਨ ਵਿੱਚ ਕਿਰਪਾ ਧਾਰ ਕੇ ਨਾਮ ਦੀ ਦਾਤ ਦੇ ਕੇ ਇੱਥੇ ਵੀ ਸੜਨ ਤੋਂ ਰੱਖ ਲੈਂਦੇ ਹੋ। ਸੁਪੰਥੰ ਸੁਖੀ ਨੰ ਦੇਖਾਵੋ ਸੰਦੋਹਾ। ਮਹਾਰਾਜ ਜੀ ਆਪ ਰਹਿਮਤ ਕਰਕੇ ਜਿਹੜਾ ਸ੍ਰੇਸ਼ਟ ਮਾਰਗ ਹੈ ਨਾ ਪ੍ਰਮਾਤਮਾ ਨੂੰ ਮਿਲਣ ਦਾ, ਉਹ ਮਾਰਗ ਆਪ ਜੀ ਜਗਤ ਦੇ ਜੀਵਾਂ ਨੂੰ ਦਿਖਾਉਂਦੇ ਹੋ। ਭੁੱਲੇ ਸਿੱਖ ਗੁਰੂ ਸਮਝਾਏ, ਉਜੜ ਜਾਂਦੇ ਮਾਰਗ ਪਾਏ। ਜੋ ਕੁਰਾਹੇ ਪੈ ਗਏ, ਭੁੱਲ ਗਏ ਸਨ, ਉਹਨਾਂ ਨੂੰ ਸਮਝਾ ਕੇ ਮਹਾਰਾਜ ਨੇ ਸਿੱਧੇ ਪੱਧਰੇ ਰਾਹੇ ਪਾ ਕੇ ਉਹਨਾਂ ਦਾ ਭਲਾ ਕਰ ਦਿੱਤਾ।
ਗਰੀਬ ਨਵਾਜ ਜੀ ਆਪ ਜੀ ਕਿਰਪਾ ਕਰਕੇ ਆਪਣੇ ਪਿਆਰਿਆਂ ਦੇ ਅੰਦਰੋਂ ਮਾਇਆ ਦਾ ਮੋਹ ਨਸ਼ਟ ਕਰ ਦਿੰਦੇ ਹੋ। ਵਿਕਾਰੰ ਵਿਦਾਰੋ ਜਪੇ ਨਾਸ਼ ਮੋਹਾ। ਸਤਿਗੁਰੂ ਜੀ ਆਪ ਜੀ ਪਿਆਰਿਆਂ ਦੇ ਹਿਰਦੇ ਵਿੱਚੋਂ ਵਿਕਾਰ ਨਸ਼ਟ ਕਰ ਦਿੰਦੇ ਹੋ। ਇਸੇ ਪ੍ਰਕਾਰ ਜਿਹੜਾ ਆਪ ਜੀ ਦਾ ਨਾਮ ਜਪਦਾ, ਨਾਮ ਜਪਦਿਆਂ ਜਪਦਿਆਂ ਉਹਦੇ ਅੰਦਰੋਂ ਮੋਹ ਨਾਸ਼ ਹੋ ਜਾਂਦਾ ਹੈ। ਤੂੰ ਹੀ ਬ੍ਰਹਮ ਗਿਆਨੀ ਬ੍ਰਹਮੰ ਰੂਪ ਤੇਰੋ। ਮਹਾਰਾਜ ਜੀ ਤੁਸੀਂ ਆਪ ਹੀ ਬ੍ਰਹਮ ਗਿਆਨੀ ਹੋ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਪਰ ਦੂਜੇ ਪਾਸੇ ਨਾਲ ਇਹ ਵੀ ਸ਼ਬਦ ਕਹਿ ਦਿੱਤਾ ਬ੍ਰਹਮੰ ਰੂਪ ਤੇਰੋ, ਬ੍ਰਹਮ ਰੂਪ ਹੀ ਤੇਰਾ, ਅਰਥਾਤ ਬ੍ਰਹਮ ਵੀ ਆਪ ਹੋ ਤੇ ਜਾਣਨ ਵਾਲੇ ਵੀ ਆਪ ਹੋ। ਬ੍ਰਹਮ ਰੂਪ ਵੀ ਆਪ ਹੋ ਤੇ ਗੁਰੂ ਰੂਪ ਹੋ ਕੇ ਉਸ ਬ੍ਰਹਮ ਨੂੰ ਜਾਣਨ ਵਾਲੇ ਵੀ ਆਪ ਹੋ। ਫਿਰ ਗੁਰੂ ਰੂਪ ਹੋ ਕੇ ਸਿੱਖ ਨੂੰ ਬ੍ਰਹਮ ਦਾ ਗਿਆਨ ਦੇਣ ਵਾਲੇ ਵੀ ਤੁਸੀਂ ਆਪ ਹੋ। ਸਰਬੇ ਥਾਈਂ ਤੁਸੀਂ ਵਿਆਪਕ ਹੋ। ਇਸ ਤਰ੍ਹਾਂ ਮਹਾਰਾਜ ਜਿੱਥੇ ਬ੍ਰਹਮ ਗਿਆਨੀ ਆਪ ਹੋ, ਬ੍ਰਹਮ ਨੂੰ ਜਾਣਨ ਵਾਲੇ ਆਪ ਹੋ, ਉਥੇ ਬ੍ਰਹਮ ਦਾ ਹੀ ਰੂਪ ਆਪ ਜੀ ਦਾ ਹੈ। ਤੂੰ ਹੀ ਏਕ ਈਸ਼ੰ ਸਭੇ ਲੋਕ ਚੇਰੋ। ਤੁਸੀਂ ਇੱਕ ਸਾਰਿਆਂ ਦੇ ਈਸ਼ਵਰ ਮਾਲਕ ਹੋ। ਬਾਕੀ ਸਾਰਾ ਸੰਸਾਰ ਆਪ ਜੀ ਦਾ ਚੇਰਾ, ਆਪ ਜੀ ਦਾ ਦਾਸ ਹੈ। ਤੂੰ ਹੀ ਏਕ ਰੂਪੰ ਤੂੰ ਹੀ ਰੂਪ ਨਾਨਾ। ਬਾਦਸ਼ਾਹ ਇੱਕ ਰੂਪ ਹੋ ਕਰਕੇ ਆਪ ਜੀ ਸਭਨਾਂ ਦੇ ਵਿੱਚ ਵਿਆਪਕ ਹੋ। ਜਿੱਥੇ ਇੱਕ ਰੂਪ ਆਪ ਹੋ ਉਥੇ ਫਿਰ ਅਨੇਕਤਾ ਦੇ ਵਿੱਚ ਮਹਾਰਾਜ ਆਪ ਹੀ ਨਾਨਾ ਪ੍ਰਕਾਰ ਦੇ ਰੂਪ ਧਾਰਨ ਕਰਕੇ ਵਿਆਪਕ ਹੋ। ਇੱਕ ਰੂਪ ਵੀ ਉਹ ਆਪ ਹੈ ਤੇ ਅਨੇਕ ਰੂਪ ਕਰਕੇ ਵੀ ਉਹ ਵਾਹਿਗੁਰੂ ਆਪ ਹੀ ਹੈ। ਪਰ ਇਹ ਬੜੀ ਡੂੰਘੀ ਖੇਡ ਹੈ। ਇੱਕ ਨੂੰ ਜਾਣਨ ਵਾਲਾ ਹੀ ਅਨੇਕਤਾ ਨੂੰ ਜਾਣ ਸਕਦਾ ਤੇ ਅਨੇਕਤਾ ਦੇ ਵਿੱਚੋਂ ਇੱਕ ਨੂੰ ਉਹੀ ਪਛਾਣਦਾ ਜਿਹਨੇ ਇੱਕ ਨੂੰ ਜਾਣਿਆ। ਆਪਾਂ ਸੰਸਾਰ ਵਿੱਚ ਜਦੋਂ ਵੀ ਝਾਤੀ ਮਾਰਦੇ ਹਾਂ ਦਵੈਤ ਹੀ ਨਜ਼ਰ ਆਉਂਦੀ ਹੈ ਨਾ। ਹਰ ਇੱਕ ਚੀਜ਼ ਆਪਾਂ ਨੂੰ ਵੱਖਰੀ ਵੱਖਰੀ ਅਲੱਗ-ਅਲੱਗ ਦ੍ਰਿਸ਼ਟੀ ਪੈਂਦੀ। ਚਲੋ ਆਪਾਂ ਕਹਿਣ ਨੂੰ ਤਾਂ ਸਾਰਿਆਂ ਨੂੰ ਕਹਿ ਦਿੰਦੇ ਹਾਂ ਵੀ ਸਾਰਿਆਂ ਵਿੱਚ ਰੱਬ ਵਰਤਦਾ ਹੈ। ਉਹ ਰੱਬ ਪਸ਼ੂਆਂ ਵਿੱਚ ਵੀ ਹੈ, ਪਕਸ਼ੀਆਂ ਵਿੱਚ ਵੀ ਹੈ, ਮਨੁੱਖਾਂ ਵਿੱਚ। ਆਪਾਂ ਸਾਰੇ ਕਹਿ ਦਿੰਦੇ ਹਾਂ। ਪਰ ਜਦੋਂ ਅਨੁਭਵ ਦੀ ਗੱਲ ਹੋਵੇ ਉਦੋਂ ਅਸੀਂ ਇਹਦੇ ਤੋਂ ਸਖਣੇ ਹੁੰਨੇ ਆ। ਇਹ ਗੱਲ ਅਜੇ ਸਾਡੇ ਅਨੁਭਵ ਦੇ ਵਿੱਚ ਨਹੀਂ ਆਈ, ਅਜੇ ਕੇਵਲ ਸਾਡੀ ਉਕਤੀ ਹੈ, ਜ਼ਬਾਨ ਦੇ ਨਾਲ ਆਪਾਂ ਕਹਿੰਦੇ ਆ। ਜਿਹਨੇ ਇੱਕ ਨੂੰ ਜਾਣਿਆ ਉਹਨੇ ਅਨੇਕਤਾ ਵਿੱਚੋਂ ਵੀ ਇੱਕ ਨੂੰ ਹੀ ਵੇਖਿਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਅਦਵੈਤ ਬ੍ਰਹਮ ਦਾ ਰੂਪ ਬਿਆਨ ਕੀਤਾ ਨਾ ਜੀ, ਇੱਕ ਓੰਕਾਰ, ਉਹ ਇੱਕ ਹੈ। ਪਰ ਜਿਹੜਾ ਇੱਕ ਹੈ ਉਹ ਅਨੇਕਤਾ ਦੇ ਵਿੱਚ ਹੀ ਸਾਰੇ ਪਾਸੇ ਵਿਆਪਕ ਹੈ। ਇੱਕ ਹੈ ਪਰ ਅਨੇਕਤਾ ਵਿੱਚ ਵੀ ਉਹ ਇੱਕ ਹੈ। ਇਹ ਅਸਲ ਵਿੱਚ ਰੂਪ ਮਹਾਰਾਜ ਨੇ ਸਾਨੂੰ ਦੱਸਿਆ ਹੈ। ਗੁਰੂ ਕਲਗੀਧਰ ਜੀ ਕਹਿੰਦੇ ਨਾ ਜੀ ਅਨੇਕ ਹੈ ਫਿਰ ਏਕ ਹੈ। ਅਨੇਕਤਾ ਵਿੱਚ ਵੀ ਉਹ ਆਪ ਹੈ, ਅਨੇਕ ਰੂਪ ਹੋ ਕਰਕੇ ਵੀ ਆਪ ਵਿਆਪਕ ਹੈ, ਫਿਰ ਅਨੇਕ ਹੋ ਕੇ ਵੀ ਉਹ ਇੱਕ ਹੀ ਹੈ। ਜਦੋਂ ਕਿਸੇ ਨੂੰ ਗਿਆਨ ਹੋ ਜਾਏ ਇੱਕ ਦਾ, ਫਿਰ ਉਹਨੂੰ ਅਨੇਕਤਾ ਨਹੀਂ ਦਿਸਦੀ, ਫਿਰ ਸਾਰਿਆਂ ਵਿੱਚੋਂ ਇੱਕ ਹੀ ਦਿਖਾਈ ਦਿੰਦਾ ਵੀ ਸਾਰਿਆਂ ਵਿੱਚ ਬ੍ਰਹਮ ਹੀ ਹੈ। ਫਿਰ ਬ੍ਰਹਮ ਤਾਂ ਇੱਕ ਹੀ ਹੈ ਨਾ ਜੀ। ਜਦੋਂ ਸਿਆਣਾ ਪੁਰਸ਼ ਮਾਲਾ ਵੱਲ ਵੇਖਦਾ ਉਹ ਫਿਰ ਮਾਲਾ ਦੇ ਮਣਕੇ ਨਹੀਂ ਵੇਖਦਾ, ਫਿਰ ਉਹ ਸੂਤ ਵੇਖਦਾ ਵੀ ਸੂਤ ਤਾਂ ਇੱਕੋ ਹੀ ਹੈ ਨਾ, ਮਣਕੇ ਅਲੱਗ-ਅਲੱਗ ਨੇ। ਜਿਨ੍ਹਾਂ ਨੂੰ ਇੱਕ ਦਾ ਗਿਆਨ ਹੋ ਜਾਏ ਫਿਰ ਅਨੇਕਤਾ ਮਿਟ ਜਾਂਦੀ, ਫਿਰ ਅਨੇਕਤਾ ਵਿੱਚ ਇੱਕ ਨੂੰ ਵੇਖਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਨੇਕਤਾ ਵੀ ਬਰਕਰਾਰ ਰੱਖੀ, ਕਿਤੇ ਜਨੇਊ ਪਹਿਨਿਆ ਨਹੀਂ ਤੇ ਕਿਤੇ ਉਤਰਨ ਨਹੀਂ ਦਿੱਤਾ, ਅਨੇਕਤਾ ਵੀ ਮਿਟਣ ਨਹੀਂ ਦਿੱਤੀ, ਕਿਉਂਕਿ ਉਸ ਅਨੇਕਤਾ ਦੇ ਵਿੱਚੋਂ ਮਹਾਰਾਜ ਜੀ ਇਕਤਾ ਨੂੰ ਵੇਖਦੇ ਸਨ। ਮਹਾਰਾਜ ਜੀ ਇੱਕ ਰੂਪ ਵੀ ਆਪ ਜੀ ਦਾ ਹੈ ਤੇ ਨਾਨਾ ਰੂਪ ਹੋ ਕਰਕੇ ਆਪ ਜੀ ਸਾਰੇ ਸੰਸਾਰ ਵਿੱਚ ਵਿਆਪਕ ਹੋ। ਤੂੰ ਹੀ ਜੀਵ ਕਾ ਦੇ ਕਰੇ ਜੀਵ ਖਾਨਾ। ਜਗਤ ਦੇ ਸਾਰੇ ਜੀਵਾਂ ਨੂੰ ਤੁਸੀਂ ਜੀਵਕਾ ਦਿੰਦੇ ਹੋ, ਰੋਜੀ ਰੋਟੀ ਦੇ ਰਹੇ ਹੋ, ਰੁਜ਼ਗਾਰ ਦੇ ਰਹੇ ਹੋ, ਛਕਣ ਨੂੰ ਭੋਜਨ ਦੇ ਰਹੇ ਹੋ। ਤੁਹਾਡੇ ਦਿੱਤੇ ਹੋਏ ਪਦਾਰਥ, ਤੁਹਾਡਾ ਦਿੱਤਾ ਭੋਜਨ ਸੰਸਾਰ ਦੇ ਜੀਵ ਖਾ ਰਹੇ ਨੇ। ਉਹ ਐਸਾ ਦਇਆ ਨਿਧ ਅਕਾਲ ਪੁਰਖ ਵਾਹਿਗੁਰੂ ਹੈ, ਸਾਡੇ ਔਗਣ ਵੇਖਦਾ ਫਿਰ ਵੀ ਸਾਡੀ ਰੋਜੀ ਰੋਟੀ ਉਹ ਬੰਦ ਨਹੀਂ ਕਰਦਾ। ਜਦੋਂ ਅਸੀਂ ਕਿਸੇ ਦਾ ਭਲਾ ਕਰਦੇ ਹੋਈਏ ਨਾ ਜੀ, ਕੋਈ ਸਾਨੂੰ ਚੰਗਾ ਲੱਗੇ, ਆਪਾਂ 2-4 ਦਿਨ ਉਹਦਾ ਭਲਾ ਕਰਦੇ ਆ, ਤੇ ਜੇ ਆਪਾਂ ਕਿਸੇ ਦਾ ਔਗਣ ਵੇਖ ਲਈਏ, ਜੇ ਸਾਨੂੰ ਉਹਦਾ ਔਗਣ ਦ੍ਰਿਸ਼ਟੀ ਪੈ ਜਾਏ ਨਾ, ਤੇ ਮੁੜ ਕੇ ਆਪਾਂ ਕਹਿੰਦੇ ਆ ਵੀ ਬੰਦਾ ਹੀ ਬੜਾ ਗਲਤ ਹੈ, ਇਹ ਠੀਕ ਨਹੀਂ, ਇਹ ਗਲਤ ਹੈ। ਤੇ ਜਿਹੜਾ ਗਲਤ ਹੈ ਸਾਡੀ ਦ੍ਰਿਸ਼ਟੀ ਵਿੱਚ, ਆਪਾਂ ਮੁੜ ਕੇ ਉਹਨੂੰ ਕੋਲ ਵੀ ਨਹੀਂ ਬਹਿਣ ਦਿੰਦੇ, ਨੇੜੇ ਨਹੀਂ ਟੁਕਣ ਦਿੰਦੇ ਉਹਨੂੰ। ਤੇ ਵੇਖੋ ਦੀਨ ਦਇਆਲ ਦਇਆ ਨਿਧ
ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਗੁਰੂ ਕਲਗੀਧਰ ਜੀ ਕਹਿੰਦੇ ਦਿਨਾਂ ਤੇ ਦਇਆ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹ ਸਾਡੇ ਦੋਖ ਵੇਖਦਾ ਪਰ ਰੋਜੀ ਰੋਟੀ ਦਿੰਦਾ ਹੋਇਆ ਉਹ ਹਾਰਦਾ ਨਹੀਂ। ਅਸੀਂ ਭਾਵੇਂ ਜਿੰਨੇ ਮਰਜ਼ੀ ਔਗਣਾਰੇ ਹੋਈਏ ਸਤਿਗੁਰਾਂ ਦੇ ਕੋਲ ਆ ਕੇ ਬਹਿ ਜਾਈਏ ਉਹ ਕਦੇ ਸਾਡਾ ਤਿਰਸਕਾਰ ਨਹੀਂ ਕਰਦੇ। ਤੇ ਜੇਕਰ ਕੋਈ ਦੂਜਾ ਬੰਦਾ ਔਗਣਾ ਵਾਲਾ ਹੋਵੇ ਤੇ ਆਪਾਂ ਨੂੰ ਨੇੜੇ ਨਹੀਂ ਢੁਕਣ ਦਿੰਦੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਰਦੇ ਆ। ਭਗਤ ਕਹਿੰਦੇ ਮਹਾਰਾਜ ਸਾਰੇ ਜਗਤ ਨੂੰ ਤੁਸੀਂ ਜੀਵਕਾ ਦੇਣ ਵਾਲੇ ਤੇ ਤੁਹਾਡਾ ਦਿੱਤਾ ਹੋਇਆ ਖਾਣਾ ਜੀਵ ਖਾਂਦੇ ਹਨ। ਕਰੀ ਸੇਵ ਹੀਰੋ ਕਰਾਮਾਤ ਦਾਨੀ। ਪਾਤਸ਼ਾਹ ਆਪ ਜੀ ਆਪਣੇ ਪਿਆਰਿਆਂ ਦੀ ਕੀਤੀ ਸੇਵਾ ਵੇਖਦੇ ਹੋ, ਸੇਵਾ ਵੇਖ ਕੇ ਹੀ ਪ੍ਰਸੰਨ ਹੋ ਜਾਂਦੇ ਹੋ ਤੇ ਕਰਾਮਾਤਾਂ ਦੇ ਦਾਨੀ ਹੋ, ਬਖਸ਼ਿਸ਼ਾਂ ਦੇ ਦਾਨੀ ਹੋ। ਗੁਣ ਗਾਇੰ ਸਰਬੱਗਿਅੰ ਕਿਰਤਗਿਅੰ ਪਰਮਾਨੀ। ਆਪ ਜੀ ਗੁਣਾਂ ਦੇ ਗਿਆਤਾ ਹੋ, ਸਰਬੱਗ ਹੋ ਤੇ ਕੀਤੇ ਦੀ ਜਾਣਨ ਵਾਲੇ ਹੋ। ਭਾਵ ਜੋ ਜਗਤ ਦੇ ਜੀਵ ਕਰਦੇ ਨੇ ਭਲੀ ਪ੍ਰਕਾਰ ਉਸ ਨੂੰ ਜਾਣਦੇ ਹੋ। ਕਿਸੇ ਦੇ ਕਰਮ ਤੁਹਾਡੇ ਤੋਂ ਲੁਕੇ ਛਪੇ ਨਹੀਂ ਹਨ। ਅਮਾਨੰ ਸਮਾਨੰ ਸਮਾਨੰ ਬ੍ਰਿਤੀਐ। ਆਪ ਜੀ ਵਾਸਤੇ ਜਿਹੜਾ ਨਿਰਾਦਰ ਹੈ ਤੇ ਸਨਮਾਨ ਹੈ ਉਹ ਇੱਕ ਰੂਪ ਹੀ ਹੈ। ਜਿਹੋ ਜਿਹਾ ਨਿਰਾਦਰ ਹੈ ਉਹੋ ਜਿਹਾ ਤੁਹਾਡੇ ਵਾਸਤੇ ਸਨਮਾਨ ਹੈ। ਕਿਉਂਕਿ ਆਪ ਜੀ ਸਮਾਨ ਬਿਰਤੀ ਵਾਲੇ ਹੋ, ਇੱਕ ਰਸ ਰਹਿਣ ਵਾਲੇ ਹੋ। ਜਦੋਂ ਬਿਰਤੀ ਨਿਧਿਆਸਨ ਕਰਦਿਆਂ ਬ੍ਰਹਮਾਕਾਰ ਹੋ ਜਾਂਦੀ ਹੈ ਉੱਥੇ ਫਿਰ ਇਹ ਮਾਨ ਅਪਮਾਨ ਇਹ ਚੀਜ਼ਾਂ ਜਿਹੜੀਆਂ ਕੋਈ ਮਾਇਨਾ ਕੋਈ ਮਤਲਬ ਨਹੀਂ ਰੱਖਦੀਆਂ। ਕਿਉਂਕਿ ਇਹ ਸਾਰਾ ਕੁਝ ਜਿਹੜਾ ਸੰਸਾਰ ਵਿੱਚ ਚੱਲਣ ਵਾਲਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਆਪਾਂ ਬਚਨ ਪੜ੍ਹਦੇ ਹਾਂ ਕਿ ਜਿਹੜੇ ਭਗਤ ਪਿਆਰੇ ਵਾਹਿਗੁਰੂ ਦੇ ਉਹਨਾਂ ਵਾਸਤੇ ਉਸਤਤ ਤੇ ਨਿੰਦਿਆ ਇੱਕ ਤੁਲ ਹੋ ਜਾਂਦੀ ਹੈ। ਨਾ ਉਹ ਉਸਤਤ ਨੂੰ ਮੰਨਦੇ ਨਾ ਉਹ ਨਿੰਦਿਆ ਨੂੰ ਮੰਨਦੇ ਨੇ। ਜੇ ਕੋਈ ਨਿੰਦਿਆ ਵੀ ਕਰਦਾ ਉਹਨਾਂ ਨੂੰ ਫਰਕ ਨਹੀਂ ਪੈਂਦਾ ਵੀ ਨਿੰਦਿਆ ਕਾਹਦੀ ਹੋ ਰਹੀ ਹੈ। ਜੇ ਆਪਾਂ ਵੇਖੀਏ ਜੀ ਨਿੰਦਿਆ ਮਾੜੇ ਕਰਮ ਦੀ ਹੁੰਦੀ ਹੈ ਨਾ ਤੇ ਜਿਹੜੇ ਪਹਿਲਾਂ ਹੀ ਗੁਣਾਂ ਨਾਲ ਭਰੇ ਹੋਵਣਗੇ ਤੇ ਜੇ ਕੋਈ ਉਹਦੀ ਨਿੰਦਿਆ ਕਰੇਗਾ ਤੇ ਕਿਵੇਂ ਕਰੇਗਾ? ਸੰਤ ਦੀ ਕੋਈ ਨਿੰਦਿਆ ਕਿਵੇਂ ਕਰੇਗਾ? ਕਿਉਂਕਿ ਉਹਦੇ ਵਿੱਚ ਤਾਂ ਔਗਣ ਹੈ ਹੀ ਨਹੀਂ। ਨਿੰਦਿਆ ਤਾਂ ਔਗਣ ਦੀ ਹੁੰਦੀ ਹੈ ਨਾ ਜੀ। ਲੋਕ ਮਾੜਾ ਮਾੜੀ ਚੀਜ਼ ਨੂੰ ਮਾੜੀ ਗੱਲ ਨੂੰ ਕਹਿੰਦੇ ਨੇ ਤੇ ਸੰਤ ਦੀ ਨਿੰਦਿਆ ਕਿਵੇਂ ਹੋਵੇਗੀ? ਕਿਉਂਕਿ ਉਹਦੇ ਵਿੱਚ ਤਾਂ ਔਗਣ ਹੀ ਕੋਈ ਨਹੀਂ। ਪਰ ਉੱਥੇ ਨਿੰਦਿਆ ਕਰਨ ਵਾਲਾ ਜਿਹੜਾ ਔਗਣਾਂ ਨਾਲ ਭਰਿਆ ਹੁੰਦਾ। ਸਿਆਣੇ ਕਹਿੰਦੇ ਨੇ ਵੀ ਸ਼ੀਸ਼ਾ ਵੇਖੋ ਤੇ ਆਪਣਾ ਹੀ ਪਰਛਾਵਾਂ ਜਿਹੜਾ ਅਕਸ ਹੁੰਦਾ ਉਹਦੇ ਵਿੱਚ ਦਿਖਾਈ ਦਿੰਦਾ ਹੈ। ਕਈ ਵਾਰੀ ਸਾਨੂੰ ਆਪਣੇ ਔਗਣ ਦੂਜੇ ਵਿੱਚ ਦਿਖਾਈ ਦਿੰਦੇ ਨੇ ਤੇ ਆਪਾਂ ਆਪਣੇ ਔਗਣਾਂ ਨੂੰ ਦੂਜੇ ਵਿੱਚ ਥੋਪ ਕੇ ਉਹਨੂੰ ਹੀ ਭੰਡੀ ਜਾਂਦੇ ਆ। ਇਸ ਵਾਸਤੇ ਮਹਾਰਾਜ ਜੀ ਆਪ ਜੀ ਦੀ ਬਿਰਤੀ ਇੱਕ ਸਮਾਨ ਹੈ। ਤੁਹਾਡੇ ਵਾਸਤੇ ਜੈਸਾ ਨਿਰਾਦਰ ਹੈ ਤੈਸਾ ਮਾਨ ਹੈ, ਜੈਸਾ ਮਾਨ ਤੈਸਾ ਅਪਮਾਨ। ਇਹੋ ਜੀ ਆਪ ਜੀ ਦੀ ਬਿਰਤੀ ਹੈ। ਉਦਾਰੰ ਅਪਾਰੰ ਨਾ ਕੈਸੇ ਮਿਤੀ ਹੈ। ਸਤਿਗੁਰ ਜੀ ਆਪ ਜੀ ਖੁੱਲੇ ਦਿਲ ਵਾਲੇ। ਉਦਾਰ ਦੇ ਕਈ ਅਰਥ ਨੇ। ਖੁੱਲੇ ਦਿਲ ਵਾਲੇ ਹੋ, ਆਪ ਜੀ ਦਾਤੇ ਹੋ, ਆਪ ਜੀ ਸ੍ਰੇਸ਼ਟ ਹੋ। ਅਪਾਰੰ ਪਾਰਾਵਾਰ ਤੋਂ ਰਹਿਤ ਹੋ ਤੇ ਕੋਈ ਵੀ ਆਪ ਜੀ ਦੀ ਮਿਤ ਕੀਮਤ ਨਹੀਂ ਜਾਣਦਾ। ਤੂੰ ਹੀ ਦੀਨ ਬੰਧੂ ਦਇਆਵਾਨ ਦਾਤਾ। ਪਾਤਸ਼ਾਹ ਆਪ ਜੀ ਦੀਨਾਂ ਦੇ ਬੰਧੂ ਹੋ, ਦਇਆਵਾਨ ਹੋ, ਸਰਬ ਜੀਵਾਂ ਦੇ ਦਾਤੇ, ਸਭ ਦੀਆਂ ਝੋਲੀਆਂ ਭਰਨ ਵਾਲੇ ਹੋ। ਪਏ ਬੰਸ ਬੇਦੀਨ ਬੀਚੈ ਬਖਿਆਤਾ। ਸਭ ਤੋਂ ਪਹਿਲਾਂ ਹੈ ਅਕਾਲ ਪੁਰਖ ਜੀ ਬੇਦੀਆਂ ਦੀ ਬੰਸ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਰੂਪ ਦੇ ਅੰਦਰ ਆਪ ਜੀ ਪ੍ਰਗਟ ਹੋਏ ਹੋ। ਪੁਨੰ ਅੰਗਦੰ ਰੂਪ ਹੋਏ ਗੁਸਾਈ। ਅਕਾਲ ਪੁਰਖ ਜੀ ਫਿਰ ਆਪ ਜੀ ਨੇ ਦੂਸਰਾ ਰੂਪ ਧਾਰਨ ਕੀਤਾ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਰੂਪ ਆਪ ਜੀ ਨੇ ਧਾਰਨ ਕੀਤਾ ਹੈ। ਪਿਤਾ ਮੋਹਰੀ ਕੇ ਤ੍ਰਿਤੀ ਦੇਹ ਗਾਈ। ਫਿਰ ਜਦੋਂ ਤੀਜੀ ਦੇਹ ਦੇ ਵਿੱਚ ਆਪ ਜੀ ਆਏ ਤੇ ਮੋਹਰੀ ਜੀ ਦੇ ਪਿਤਾ ਬਣੇ, ਅਰਥਾਤ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਰੂਪ ਆਪ ਜੀ ਨੇ ਧਾਰਨ ਕੀਤਾ ਹੈ। ਗੁਰੂ ਰਾਮਦਾਸ ਪ੍ਰਕਾਸ਼ੇ ਬਹੋਰੀ। ਤੀਸਰੇ ਜਾਮੇ ਤੋਂ ਫਿਰ ਚੌਥੇ ਜਾਮੇ ਵਿੱਚ ਪ੍ਰਵੇਸ਼ ਹੋਏ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਰੂਪ ਦੇ ਵਿੱਚ ਆਪ ਜੀ ਪ੍ਰਕਾਸ਼ਮਾਨ ਹੋਏ ਹੋ। ਪਏ ਪੰਚਮੇ ਆਪ ਰੂਪੰ ਬਹੋਰੀ। ਸਤਿਗੁਰੂ ਫਿਰ ਆਪ ਜੀ ਨੇ ਪੰਜਵਾਂ ਰੂਪ ਧਾਰਨ ਕਰ ਲਿਆ। ਫਿਰ ਪੰਜਵੇਂ ਰੂਪ ਦੇ ਵਿੱਚ ਆ ਗਏ। ਇਹ ਜੋਤ ਜਿਹੜੀ ਹੈ ਨਾ ਜੀ, ਆਪਾਂ ਚਲੋ ਸ਼ਬਦ ਵਰਤਦੇ ਆਂ ਵੀ ਗੁਰੂ ਸਾਹਿਬ ਜੀ ਜੋਤੀ ਜੋਤ ਸਮਾ ਗਏ, ਪਰ ਦਾਸ ਦੀ ਇੱਕ ਭਾਵਨਾ ਹੋ ਸਕਦਾ
ਵੀ ਕੋਈ ਸਹਿਮਤ ਨਾ ਹੋਵੇ। ਪਰ ਦਾਸ ਦੀ ਇਹ ਭਾਵਨਾ ਹੈ ਵੀ ਜਿਹੜੀ ਜੋਤੀ ਜੋਤ ਸਮਾਨ ਦਾ ਅਸਲ ਭਾਵ ਜੇ ਸਮਝੀਏ ਨਾ ਜੀ, ਉਹ ਜੋਤ ਕਿਤੇ ਗਈ ਨਹੀਂ। ਜਿਹੜੀ ਗੁਰੂ ਨਾਨਕ ਸਾਹਿਬ ਦੀ ਜੋਤ ਉਹ ਗੁਰੂ ਅੰਗਦ ਦੇਵ ਸਾਹਿਬ ਦੇ ਵਿੱਚ ਸਮਾਈ ਹੈ। ਆਪਾਂ ਕਹਿੰਦੇ ਵੀ ਮਹਾਰਾਜ ਜੀ ਸੱਚਖੰਡ ਪਧਾਰੇ, ਇੱਕ ਸ਼ਬਦ ਵਰਤਦੇ ਆ ਉਸ ਪੱਖ ਨੂੰ ਸਮਝਣ ਦੇ ਲਈ। ਪਰ ਇੱਕ ਸ਼ਬਦ ਲਿਖਿਆ ਜੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਹੋਰਾਂ ਨੇ, ਜਦੋਂ 7ਵੇਂ ਪਾਤਸ਼ਾਹ ਜੀ ਆਪਣੀ ਗੱਦੀ ਦਿੰਦੇ ਨਾ ਜੀ 8ਵੇਂ ਪਾਤਸ਼ਾਹ ਨੂੰ, ਤਾਂ ਭਾਈ ਸਾਹਿਬ ਜੀ ਇਹ ਲਿਖਦੇ ਵੀ ਕਹਿੰਦੇ ਗੁਰੂ ਹਰਿਰਾਏ ਸਾਹਿਬ ਜੀ ਕਿੱਥੇ ਗਏ। ਕਹਿੰਦੇ ਜਦੋਂ ਮਹਾਰਾਜ ਜੀ ਦੇ ਪੰਜ ਭੂਤਿਕ ਸਰੀਰ ਦਾ ਸੰਸਕਾਰ ਕੀਤਾ ਨਾ ਜੀ, ਤਾਂ ਭਾਈ ਸੰਤੋਖ ਸਿੰਘ ਕਹਿੰਦੇ ਜੀ ਵਿੱਚੋਂ ਅਸਥੀਆਂ ਵੀ ਨਹੀਂ ਨਿਕਲੀਆਂ। ਮਹਾਰਾਜ ਜੀ ਦਾ ਜਿਹੜਾ ਉਹ ਸਾਧ ਸੰਗਤ ਅੰਗੀਠਾ ਸੀ ਨਾ, ਅਸਥੀਆਂ ਨਹੀਂ ਨਿਕਲੀਆਂ ਉਹਦੇ ਵਿੱਚੋਂ। ਤਾਂ ਕਹਿੰਦੇ ਫਿਰ ਗੁਰੂ ਸਾਹਿਬ ਜੀ ਕਿੱਥੇ ਗਏ। ਕਹਿੰਦੇ ਕਿਤੇ ਨਹੀਂ ਗਏ, ਉਹ ਵਿਲੀਨ ਹੋ ਗਏ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ। ਇਹ ਜੋਤੀ ਜੋਤ ਸਮਾਨ ਤੋਂ ਭਾਵ ਹੈ ਵੀ ਉਹ ਜਿਹੜੀ ਜੋਤ ਇੱਥੋਂ ਉੱਡ ਕੇ ਕਿਤੇ ਨਹੀਂ ਗਈ, ਉਹ ਜੋਤ ਗੁਰੂ ਅੰਗਦ ਦੇਵ ਸਾਹਿਬ ਵਿੱਚ ਸਮਾ ਗਈ। ਇੱਕ ਜੋਤ ਜੋਤੀ ਦੇ ਵਿੱਚ ਅਭੇਦ ਹੋ ਗਈ। ਫਿਰ ਉਹੀ ਜੋਤ ਤੀਜੇ ਪਾਤਸ਼ਾਹ, ਚੌਥੇ ਪਾਤਸ਼ਾਹ, ਪੰਜਵੇਂ ਪਾਤਸ਼ਾਹ, ਤਾਂ ਫਿਰ ਇਹੀ ਜੋਤ ਜਿਹੜੀ ਹੈ ਗੁਰੂ ਕਲਗੀਧਰ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੱਖ ਦਿੱਤੀ ਤੇ ਸਾਨੂੰ ਆਗਿਆ ਕੀਤੀ। ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਤਾਂ ਜੋਤੀ ਜੋਤ ਸਮਾਨ ਦਾ ਭਾਵ ਜਿੰਨੀ ਕੁ ਗੱਲ ਸਮਝ ਦੇ ਵਿੱਚ ਪਈ ਹੈ ਵੀ ਇਹਦਾ ਭਾਵ ਇਹ ਵੀ ਹੈ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਗੁਰੂ ਨਾਨਕ ਸਾਹਿਬ ਦੀ ਜੋਤ ਜਿਹੜੀ ਗੁਰੂ ਅੰਗਦ ਦੇਵ ਸਾਹਿਬ ਦੇ ਵਿੱਚ ਰਲ ਗਈ। ਤਾਂ ਮਹਾਰਾਜ ਗੁਰੂ ਕਲਗੀਧਰ ਜੀ ਨੇ ਬਚਿੱਤਰ ਨਾਟਕ ਦੇ ਮੁੱਢ ਦੇ ਵਿੱਚ ਜਿਹੜੇ ਬਚਨ ਲਿਖੇ ਨੇ, ਉਹਦੇ ਵਿੱਚ ਮਹਾਰਾਜ ਇਹੀ ਸਮਝਾਉਂਦੇ ਨੇ ਵੀ ਜਿਹੜੇ ਸਾਧੂ ਨੇ ਉਹਨਾਂ ਨੇ ਤਾਂ ਜੋਤ ਨੂੰ ਇੱਕ ਰੂਪ ਕਰਕੇ ਜਾਣਿਆ। ਜਨ ਦੀਪਕ ਤੇ ਦੀਪ ਜਗਾਇਓ, ਜਿਵੇਂ ਇੱਕ ਦੀਵੇ ਤੋਂ ਦੂਜਾ ਦੀਵਾ, ਦੂਜੇ ਤੋਂ ਤੀਜਾ ਦੀਵਾ ਬਲਦਾ ਹੈ। ਤਾਂ ਸਤਿਗੁਰੂ ਕਹਿੰਦੇ ਨੇ ਸਾਧਨ ਲਖਾ, ਸਾਧੂਆਂ ਨੇ ਤਾਂ ਜਾਣ ਲਿਆ ਵੀ ਇੱਕ ਹੀ ਹੈ, ਪਰ ਮੂਰਖਾਂ ਨੇ ਨਹੀਂ ਜਾਣਿਆ। ਉਹਨਾਂ ਨੇ ਭਿੰਨ ਭਿੰਨ ਕਰਕੇ ਮੰਨ ਲਿਆ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਭਏ ਪੰਚਵੇਂ ਆਪ ਰੂਪੰ ਬਹੋਰੀ। ਮਹਾਰਾਜ ਜੀ ਤੁਸੀਂ ਆਪ ਪੰਜਵਾਂ ਰੂਪ ਧਾਰਨ ਕੀਤਾ ਹੈ। ਸਦਾ ਸ਼ਾਂਤ ਚਿਤੰ ਛਿਮਾਵੰਤ ਧੀਰੰ। ਸਤਿਗੁਰੂ ਸਦਾ ਆਪ ਜੀ ਸ਼ਾਂਤ ਚਿੱਤ ਰਹਿਣ ਵਾਲੇ ਹੋ। ਜਿੰਨੇ ਗੁਣ ਨੇ ਨਾ ਅਕਾਲ ਪੁਰਖ ਦੇ ਬੁਨਿਆਦੀ ਮੂਲ ਗੁਣ ਨੇ, ਉਹ ਸਾਰੇ ਗੁਣ ਇਹਨਾਂ ਪੰਜ ਪਾਤਸ਼ਾਹੀਆਂ ਦੇ ਵਿੱਚ ਹਨ, ਕਿਉਂਕਿ ਰੂਪ ਹੀ ਉਹਨਾਂ ਦਾ ਹੈ। ਸਤਿਗੁਰੂ ਜੀ ਆਪ ਜੀ ਸ਼ਾਂਤ ਚਿੱਤ, ਛਿਮਾ ਕਰਨ ਵਾਲੇ, ਧੀਰਜ ਨੂੰ ਧਾਰਨ ਕਰਨ ਵਾਲੇ ਹੋ। ਰਸੰਗ ਏਕ ਬ੍ਰਿਤੀ ਅਬੈਰੰ ਅਪੀਰੰ। ਆਪ ਜੀ ਦੀ ਜਿਹੜੀ ਬਿਰਤੀ ਆ ਇੱਕ ਰਸ ਰਹਿਣ ਵਾਲੀ ਹੈ। ਚਾਹੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਰਾਜੇ ਨੇ ਤੇ ਚਾਹੇ ਤੱਤੀ ਲੋਹ ਦੇ ਉੱਪਰ ਵਿਰਾਜੇ ਨੇ। ਮਹਾਰਾਜ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਦੋ ਪੱਖ ਨੇ, ਦੋਹਾਂ ਦੇ ਵਿੱਚ ਆਪ ਜੀ ਦੀ ਬਿਰਤੀ ਇੱਕ ਰਸ ਰਹਿਣ ਵਾਲੀ ਅਬੈਰੰ। ਮਹਾਰਾਜ ਜੀ ਫਿਰ ਵੈਰ ਤੋਂ ਰਹਿਤ ਨੇ। ਇੱਕ ਕਥਾ ਆਉਂਦੀ ਹੈ ਬੜੀ ਪਿਆਰੀ। ਇੱਕ ਦਿਨ ਮਹਾਰਾਜ ਜੀ ਲੰਘ ਰਹੇ ਸਨ ਤੇ ਰਾਹ ਦੇ ਵਿੱਚ ਬਾਬਾ ਪ੍ਰਿਥੀ ਚੰਦ ਦਾ ਘਰ ਸੀ। ਜਦੋਂ ਪਾਤਸ਼ਾਹ ਲੰਘਣ ਲੱਗੇ ਨਾ ਜੀ, ਤੇ ਬੀਬੀ ਕਰਮੋਂ ਉੱਤੋਂ ਨੇ ਕੂੜਾ ਸੱਟਿਆ। ਜਦੋਂ ਕੂੜਾ ਹੇਠਾਂ ਡਿੱਗਿਆ ਤੇ ਸਿੱਖਾਂ ਨੂੰ ਇਹ ਗੱਲ ਚੰਗੀ ਨਾ ਲੱਗੀ, ਮਨ ਵਿੱਚ ਬੜਾ ਰੋਸ ਜਾਗਿਆ। ਪਾਤਸ਼ਾਹ ਠੀਕ ਨਹੀਂ ਕੀਤਾ। ਗੁਰੂ ਸਾਹਿਬ ਜੀ ਹੱਸ ਕੇ ਅੱਗੇ ਚਲੇ ਗਏ। ਮਹਾਰਾਜ ਜੀ ਕਹਿਣ ਲੱਗੇ ਕੋਈ ਨਹੀਂ ਭਾਈ ਆ ਜਾਓ, ਫਿਰ ਕੀ ਹੈ। ਮਹਾਰਾਜ ਜੀ ਇਹ ਤਾਂ ਬੇਅਦਬੀ ਹੈ ਨਾ, ਕੂੜਾ ਸੱਟਣਾ ਠੀਕ ਨਹੀਂ। ਸਤਿਗੁਰੂ ਕਹਿੰਦੇ ਜਿਹਦੇ ਕੋਲ ਕੂੜਾ ਉਹਨੇ ਕੂੜਾ ਹੀ ਸੱਟਣਾ। ਕੋਈ ਗੱਲ ਨਹੀਂ, ਉਹਦੇ ਕੋਲ ਕੂੜਾ ਸੀ, ਉਹਨੇ ਸੱਟ ਦਿੱਤਾ ਹੈ ਤੇ ਆਪਾਂ ਉਹਦਾ ਜਵਾਬ ਥੋੜਾ ਦੇਣਾ। ਵੇਖੋ ਕੈਸੀ ਨਿਰਵੈਰਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਕੋਈ ਗੱਲ ਨਹੀਂ। ਬਾਬਾ ਪ੍ਰਿਥੀ ਚੰਦ ਜੀ ਸਾਰੀ ਜ਼ਿੰਦਗੀ ਮਹਾਰਾਜ ਨਾਲ ਵੈਰ ਕਮਾਉਂਦੇ ਰਹੇ, ਪਰ ਮਹਾਰਾਜ ਜੀ ਨਿਰਵੈਰ ਹੀ ਰਹੇ, ਨਿਰਭਉ ਰਹੇ ਅਰ ਨਿਰਵੈਰ ਰਹੇ। ਇਸ ਕਰਕੇ ਭਗਤ ਜਨ ਕਹਿੰਦੇ ਆ ਬੈਰੰਗ ਅਭੀਰੰਗ। ਮਹਾਰਾਜ ਜੀ ਆਪ ਜੀ ਵੈਰ ਤੋਂ ਰਹਿਤ ਹੋ ਤੇ ਡਰ ਤੋਂ ਰਹਿਤ ਹੋ, ਤੁਹਾਨੂੰ ਕਿਸੇ ਦਾ ਵੀ ਭਾਉ ਨਹੀਂ ਹੈ। ਜਨੰ ਸਤ ਨਾਮੰ ਤ੍ਰਿਪਾਠਾਨ ਦੀਨੰ। ਆਪ ਜੀ ਨੇ ਕਿਰਪਾ ਕਰਕੇ ਆਪਣੇ ਜਨਾਂ ਨੂੰ ਸਤਨਾਮ ਦੀ ਦਾਤ ਬਖਸ਼ਿਸ਼ ਕੀਤੀ ਹੈ। ਦੋ ਲੋਕ ਕੋ ਤਰਾਸ ਕੀਨੰ ਸੋਹੀਨੰ। ਤੇ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ ਕੇ ਦੋਹਾਂ ਲੋਕਾਂ ਦਾ ਜਿਹੜਾ ਭੈ ਸੀ ਨਾ ਸੇਵਕਾਂ ਦਾ, ਉਹ ਦੂਰ ਕਰ ਦਿੱਤਾ। ਜਮ ਕੰਕਰ ਨਸ ਗਏ ਵਿਚਾਰੇ। ਇਸ ਪੰਕਤੀ ਨੂੰ ਕਦੇ ਪਿਆਰ ਨਾਲ ਅਨੁਭਵ ਕਰੀਏ। ਸਤਿਗੁਰਾਂ ਦੀ ਬਾਣੀ ਨੂੰ ਵੇਖੋ ਕਿੰਨਾ ਪ੍ਰਤਾਪ ਹੈ ਗੁਰੂ ਮਹਾਰਾਜ ਦਾ
ਕਿ ਜਿਹੜੇ ਜੰਮ ਕੰਕਰ ਨੇ ਇਸ ਨਾਮ ਦੇ ਪ੍ਰਤਾਪ ਕਰਕੇ ਉਹ ਵੀ ਵਿਚਾਰੇ ਨਸ ਜਾਂਦੇ ਨੇ, ਨੇੜੇ ਨਹੀਂ ਆਉਂਦੇ। ਪਾਤਸ਼ਾਹ ਤੁਹਾਡੇ ਪਿਆਰਿਆਂ ਨੂੰ ਨਾ ਇੱਥੇ ਡਰ ਰਹਿੰਦਾ ਤੇ ਨਾ ਦਰਗਾਹ ਵਿੱਚ ਜੰਮਾਂ ਦਾ ਭੈ ਡਰ ਰਹਿੰਦਾ ਹੈ। ਲਖੀ ਨਾਏ ਤੋ ਕੋ ਪ੍ਰਮੰਤਾਰ ਮੂਡਾ। ਜਿਹੜੇ ਮਹਾਰਾਜ ਹਿਰਦੇ ਵਿੱਚ ਭਰਮ ਧਾਰਨ ਕਰਕੇ ਮੂਰਖ ਬਣ ਜਾਂਦੇ, ਮਾਇਆ ਦੇ ਮੋਹ ਵਿੱਚ ਫਸ ਜਾਂਦੇ ਨੇ, ਉਹ ਆਪ ਜੀ ਨੂੰ ਜਾਣਦੇ ਨਹੀਂ, ਆਪ ਜੀ ਦੀ ਵਡਿਆਈ ਨੂੰ ਨਹੀਂ ਸਮਝਦੇ। ਮਹਾ ਸੂਖ ਮੰਗ ਰੂਪ ਗੂਡਾਨ ਗੂਡਾ। ਆਪ ਜੀ ਦਾ ਜਿਹੜਾ ਰੂਪ ਹੈ ਉਹ ਬੜਾ ਸੂਖਮ ਹੈ, ਸੂਖਮ ਤੇ ਸੂਖਮ ਕਰ ਚੀਨੇ ਬ੍ਰਿਧਨ ਬ੍ਰਿਧ ਬਤਾਏ। ਜਿੱਥੇ ਆਪ ਜੀ ਦਾ ਰੂਪ ਸੂਖਮ ਤੋਂ ਸੂਖਮ ਹੈ, ਉਥੇ ਮਹਾਰਾਜ ਜੀ ਆਪ ਜੀ ਗੁਝਿਆਂ ਤੋਂ ਗੁਝਿਓ, ਜਿਹਨੂੰ ਕੋਈ ਨਹੀਂ ਜਾਣ ਸਕਦਾ। ਫਿਰ ਉਥੇ ਆਪ ਜੀ ਵਿਸਾਲ ਰੂਪ ਵੀ ਆਪ ਹੋ। ਸਦਾ ਜੈ ਸਦਾ ਜੈ ਸਦਾ ਜੈ ਆਨੰਦੋ। हे ਸਤ ਚੇਤਨ ਆਨੰਦ ਰੂਪ ਸਤਿਗੁਰੂ ਅਕਾਲ ਪੁਰਖ ਗੁਰੂ ਅਰਜਨ ਦੇਵ ਜੀ ਮਹਾਰਾਜ, ਆਪ ਜੀ ਦੀ ਸਦਾ ਜੈ ਹੋਵੇ। ਤਨ ਕਰਕੇ ਵੀ, ਮਨ ਕਰਕੇ ਵੀ, ਬਾਣੀ ਕਰਕੇ ਵੀ ਸਦਾ ਆਪ ਜੀ ਦੀ ਜੈ ਹੋਵੇ। ਸਭ ਆਖੋ ਧੰਨ 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 ਗੁਰ ਸੋਈ। ਮਹਾਰਾਜ ਜੀ ਆਪ ਜੀ ਧੰਨ ਹੋ, ਜਿਨੀ ਤੁਧਨੋ ਧੰਨ ਕਹਿਆ ਤਿੰਨ ਜਮ ਨੇੜ ਨਾ ਆਇਆ। ਜਿਨ੍ਹਾਂ ਨੇ ਸਤਿਗੁਰਾਂ ਨੂੰ ਧੰਨ ਧੰਨ ਆਖਿਆ, ਜਮ ਉਹਨਾਂ ਦੇ ਨੇੜੇ ਨਹੀਂ ਆਉਂਦੇ। ਨਮਸਤੰ 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 ਬਿਲੰਦੋ। ਪਾਤਸ਼ਾਹ ਆਪ ਜੀ ਨੂੰ ਨਮਸਕਾਰ ਹੈ ਸਾਡੀ, ਤੁਹਾਡੇ ਚਰਨਾਂ ਉੱਪਰ ਬਾਰੰਬਾਰ ਨਮਸਕਾਰ ਹੈ। ਮਨ ਕਰਕੇ ਵੀ ਨਮਸਕਾਰ ਹੈ, ਬਾਣੀ ਕਰਕੇ ਵੀ ਨਮਸਕਾਰ ਹੈ, ਤਨ ਕਰਕੇ ਵੀ ਤੁਹਾਡੇ ਚਰਨਾਂ ਤੇ ਨਮਸਕਾਰ ਹੈ। ਸੁਦਾ ਬਾਕ ਬਕਤਰੰ ਸੋ ਚੰਦੈ ਮਨਿੰਦੋ। ਆਪ ਜੀ ਦਾ ਮੁਖੜਾ ਚੰਦਰਮੇ ਦੇ ਵਾਂਗੂ ਹੈ। ਜੈਸੇ ਚੰਦਰਮੇ ਦੇ ਵਿੱਚੋਂ ਅੰਮ੍ਰਿਤ ਝੜਦਾ ਹੈ, ਤੈਸੇ ਆਪ ਜੀ ਦੇ ਪਾਵਨ ਪਵਿੱਤਰ ਮੁਖਾਰ ਬਿੰਦ ਵਿੱਚੋਂ ਬਾਣੀ ਰੂਪੀ ਅੰਮ੍ਰਿਤ ਝੜਦਾ ਹੈ। ਹਿਰਦੈ ਨਾਮ ਬਾਸੇ ਬਰੰਦੈ ਗੋਬਿੰਦੋ। ਭਗਤ ਜਨ ਕਹਿੰਦੇ, ਹੇ ਗੋਬਿੰਦ ਜੀ, ਹੇ ਅਕਾਲ ਪੁਰਖ ਜੀ, ਸਤਿਗੁਰ ਜੀ, ਕਿਰਪਾ ਕਰੋ, ਐਸਾ ਵਰ ਦਿਓ ਕਿ ਸਾਡੇ ਹਿਰਦੇ ਅੰਦਰ ਆਪ ਜੀ ਦੇ ਨਾਮ ਦਾ ਵਾਸਾ ਹੋਵੇ। ਤੁਮ ਕਰੋ ਦਇਆ ਮੇਰੇ ਸਾਈਂ। ਮਹਾਰਾਜ ਜੀ ਇਹੋ ਜੀ ਮਤ ਦਿਓ, ਦਇਆ ਕਰੋ, ਸਾਡੇ ਹਿਰਦੇ ਵਿੱਚ ਤੁਹਾਡਾ ਨਾਮ ਵਸੇ ਤੇ ਅੱਠੇ ਪਹਿਰ ਅਸੀਂ ਆਪ ਜੀ ਦੀ ਆਰਾਧਨਾ ਕਰੀਏ। ਦੋਹਰਾ ਇਮ ਅਸ਼ਟਕ ਭਗਤਨ ਪਨਿਓ ਪੜੇ ਜੋ ਨਿਤ ਕਰ ਪ੍ਰੇਮ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ, ਇਸ ਤਰ੍ਹਾਂ ਜਿਹੜਾ ਭਗਤਾਂ ਨੇ ਇਹ ਅਸ਼ਟਕ ਸਤੋਤਰ ਉਚਾਰਨ ਕੀਤਾ ਹੈ, ਜਿਹੜਾ ਵੀ ਮਨੁੱਖ ਨਿਤ ਹੀ ਹਿਰਦੇ ਵਿੱਚ ਪ੍ਰੇਮ ਧਾਰਨ ਕਰਕੇ ਇਸ ਅਸ਼ਟਕ ਦਾ ਜਾਪ ਕਰੇਗਾ, ਸੁਤ ਬਿਤ ਆਦ ਮਨ ਬਾਚਿਤੇ ਪਾਵੇ ਜਨ ਜੁਤ ਖੇਮ। ਜਿਹਨੂੰ ਪੁੱਤਰ ਦੀ ਕਾਮਨਾ ਹੋਵੇਗੀ ਉਹਨੂੰ ਪੁੱਤਰ ਦੀ ਪ੍ਰਾਪਤੀ ਹੋਵੇਗੀ, ਜਿਹਨੂੰ ਮਾਇਆ ਦੀ ਲਾਲਸਾ ਹੋਵੇਗੀ ਉਹਨੂੰ ਮਾਇਆ ਪ੍ਰਾਪਤ ਹੋ ਜਾਵੇਗੀ, ਤੇ ਜਿਨ੍ਹਾਂ ਦੇ ਹਿਰਦੇ ਵਿੱਚ ਮੁਕਤੀ ਦੀ ਇੱਛਾ ਹੈ, ਮੋਖ ਦੀ ਲਾਲਸਾ ਹੈ, ਇਸ ਅਸ਼ਟਕ ਦਾ ਅਭਿਆਸ ਕਰਨ ਨਾਲ, ਇਹਨੂੰ ਬਾਰੰਬਾਰ ਪੜ੍ਹਨ ਦੇ ਨਾਲ ਉਹਨਾਂ ਨੂੰ ਮੁਕਤੀ ਦੀ ਦਾਤ ਪ੍ਰਾਪਤ ਹੋ ਜਾਵੇਗੀ। ਅਰਥਾਤ ਕਿ ਜੋ ਵੀ ਮਨ ਦੇ ਵਿੱਚ ਪਦਾਰਥ ਦੀ ਲਾਲਸਾ ਹੋਵੇਗੀ, ਇਹਦਾ ਜਾਪ ਕਰਨ ਨਾਲ ਉਹ ਦਾਤ ਪ੍ਰਾਪਤ ਹੋਵੇਗੀ। ਚੌਪਈ ਸੁਨ ਸ਼੍ਰੀ ਅਰਜਨ ਠਾਂਡੇ ਹੋਏ ਕੈ। ਇਸ ਤਰ੍ਹਾਂ ਜਦੋਂ ਭਗਤਾਂ ਨੇ ਅਸ਼ਟਕ ਉਚਾਰਨ ਕੀਤਾ ਸੁਣ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉੱਠ ਖਲੋਤੇ ਹਨ। ਮధుਰ ਬਾਕ ਤੇ ਆਦਰ ਕਹਿ ਕੈ। ਬੜੇ ਮਿੱਠੇ ਬਚਨਾਂ ਦੇ ਨਾਲ ਸਤਿਗੁਰਾਂ ਨੇ ਆਦਰ ਸਤਕਾਰ ਕੀਤਾ ਹੈ ਭਗਤਾਂ ਦਾ। ਸਕਲ ਬਿਠਾਈ ਨਿਕਟੇ ਆਨੰਦੇ। ਆਨੰਦਿਤ ਹੋ ਕਰਕੇ ਉਹਨਾਂ ਭਗਤ ਜਨਾਂ ਨੂੰ ਆਪਣੇ ਪਾਸ ਕੋਲ ਬਿਠਾਇਆ ਹੈ। ਪੂਜਨ ਕਰੇ ਭਗਤ ਤੁਮ ਬ੍ਰਿੰਦੇ। ਸਤਿਗੁਰੂ ਮਹਾਰਾਜ ਜੀ ਨੇ ਪੁੱਛਣਾ ਕੀਤਾ, ਭਾਈ ਤੁਸੀਂ ਜਿੰਨੇ ਵੀ ਭਗਤ ਆਏ ਹੋ, ਸਗਰੇ ਆਪਣੋ ਨਾਮ ਸੁਨਾਵੋ। ਸਾਰੇ ਜਾਣੇ ਆਪਣਾ ਆਪਣਾ ਨਾਮ ਦੱਸੋ ਵੀ ਤੁਹਾਡਾ ਨਾਮ ਕੀ ਕੀ ਹੈ। ਪੁਨ ਆਗਮ ਕੇ ਹਿਤ ਬਤਾਵੋ। ਫਿਰ ਇੱਥੇ ਆਉਣ ਦਾ ਕਾਰਨ ਵੀ ਸਾਨੂੰ ਦੱਸ ਦਿਓ, ਕਿਉਂ ਆਏ ਹੋ, ਕਿਸ ਪ੍ਰਕਾਰ ਤੁਮ ਕਰੁਣਾ ਕਰੀ। ਕਿਸ ਪ੍ਰਕਾਰ ਤੁਸੀਂ ਸਾਡੇ ਤੇ ਕਿਰਪਾ ਕੀਤੀ, ਆ
ਕੇ ਸਾਨੂੰ ਦਿਦਾਰ ਬਖਸ਼ੇ ਹਨ। ਮਹਾ ਸੁਫਲ ਮਿਲਬੇ ਤੁਮ ਘਰੀ। ਤੁਹਾਡੇ ਨਾਲ ਇਹ ਮਿਲਾਪ ਦੀ ਜਿਹੜੀ ਘੜੀ ਮਹਾਂ ਘੜੀ ਤੇ ਸਫਲੀ ਘੜੀ ਹੈ, ਜਦੋਂ ਤੁਹਾਡੇ ਜਿਹੇ ਮਹਾਂਪੁਰਖਾਂ ਦੇ ਸੰਤਾਂ ਭਗਤਾਂ ਦੇ ਦਿਦਾਰ ਪ੍ਰਾਪਤ ਹੋਏ ਹਨ। ਕਯੋ ਕਬੀਰ ਜੋਰ ਜੁਗ ਹਾਥ। ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੋਨੇ ਹੱਥ ਜੋੜ ਕੇ ਬੇਨਤੀ ਕਰਦੇ ਹਨ। ਸੁਨੋ ਸਕਲ ਸ਼੍ਰੀ ਅਰਜਨ ਨਾਥ। ਹੇ ਨਾਥ, ਹੇ ਮਾਲਕ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਸੁਣਨਾ ਕਰੋ। ਬੇਣੀ ਨਾਮਦੇਵ ਰਵਦਾਸ ਪੀਪਾ। ਸਤਿਗੁਰੂ ਮਹਾਰਾਜ ਜੀ ਇੱਥੇ ਭਗਤ ਬੇਣੀ ਜੀ ਆਏ ਨੇ। ਇਹ ਭਗਤ ਨਾਮਦੇਵ ਜੀ ਨੇ, ਇਹ ਭਗਤ ਰਵਿਦਾਸ ਜੀ ਹਨ। ਸਦਨਾ ਸੈਣ ਪ੍ਰਕਾਸ਼। ਇਸੇ ਤਰ੍ਹਾਂ ਭਗਤ ਪੀਪਾ ਜੀ, ਭਗਤ ਸਦਨਾ ਜੀ, ਭਗਤ ਸੈਣ ਜੀ ਹਨ। ਭੀਖਨ ਤੰਨਾ ਅਰਜੈ ਦੇਵ। ਇਹ ਭਗਤ ਭੀਖਣ ਜੀ ਹਨ। ਇਹ ਭਗਤ ਧੰਨਾ ਜੀ ਨੇ। ਇਹ ਭਗਤ ਜੈਦੇਵ ਜੀ ਹਨ। ਵਿਪਰ ਤਿਰਲੋਚਨ ਸ਼੍ਰੀ ਗੁਰਦੇਵ। ਇਹ ਸ੍ਰੀ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ, ਇਹ ਭਗਤ ਜਨ ਭਗਤ ਤਰਲੋਚਨ ਜੀ ਹਨ। ਪਰਮਾਨੰਦ ਰਾਮਾਨੰਦ ਜਾਨੋ। ਇਹ ਦੋ ਭਗਤ, ਇੱਕ ਪਰਮਾਨੰਦ ਜੀ ਨੇ ਤੇ ਦੂਜੇ ਭਗਤ ਰਾਮਾਨੰਦ ਜੀ, ਜਾਣਨਾ ਕਰੋ। ਮੈਂ ਜੋ ਕਬੀਰ ਫਰੀਦ ਪ੍ਰਮਾਨੋ। ਸਤਿਗੁਰੂ ਦਾਸ ਦਾ ਨਾਮ ਕਬੀਰ ਹੈ ਤੇ ਮੇਰੇ ਨਾਲ ਇਹ ਬਾਬਾ ਫਰੀਦ ਭਗਤ ਫਰੀਦ ਜੀ ਹਨ। ਸੂਰਦਾਸ ਜੁਤ ਪੰਦਰੇ ਕਈਏ। ਫਿਰ ਨਾਲ ਭਗਤ ਸੂਰਦਾਸ ਜੀ ਨੇ। ਇਸ ਤਰ੍ਹਾਂ ਸੂਰਦਾਸ ਜੀ ਦੇ ਸਮੇਤ ਮਹਾਰਾਜ ਜੀ ਇਹ 15 ਭਗਤ ਜਨ ਹਨ। ਚਾਰ ਅਪਰ ਇਨ ਨਾਮ ਸੁਲਈਏ। ਤੇ 4 ਭਗਤ ਹੋਰ ਨੇ, ਉਹਨਾਂ ਦਾ ਇਹ ਨਾਮ ਜਾਣਨਾ ਕਰੋ। ਮੂਸਨ ਮਸਕਨ ਸੰਮਨ ਏਓ। ਮਹਾਰਾਜ ਜੀ ਮੂਸਨ ਮਸਕਨ ਵੈਸੇ ਪਤੰਗ ਨੂੰ ਕਹਿੰਦੇ ਨੇ। ਜਿਹੜਾ ਇਹ ਸ਼ਬਦ ਹੈ ਨਾ ਜੀ, ਇਹ ਮੱਛਰ ਦਾ ਜਿਹੜਾ ਵਾਚਕ ਹੈ, ਤੇ ਆਮ ਕਰਕੇ ਆਪਾਂ ਉਹਨਾਂ ਵਾਸਤੇ ਪਤੰਗਾ ਸ਼ਬਦ ਵਰਤ ਲੈਨੇ ਆ। ਇਸ ਕਰਕੇ ਮਸਕਨ ਸ਼ਬਦ ਜਿਹੜਾ ਹੈ ਉਹ ਪਤੰਗ ਜੀ ਵਾਸਤੇ ਵਰਤਿਆ ਗਿਆ, ਕਿਉਂਕਿ ਜਦੋਂ ਬਾਣੀ ਪੜ੍ਹਦੇ ਆ ਸਤਿਗੁਰੂ ਮਹਾਰਾਜ ਜੀ ਦੀ, ਉਸ ਬਾਣੀ ਦੇ ਅੰਦਰ ਮਹਾਰਾਜ ਨੇ ਇਹਨਾਂ ਦਾ ਜ਼ਿਕਰ ਕੀਤਾ। ਸੰਮਣ ਮੂਸਣ ਜੀ ਨੇ, ਫਿਰ ਇੱਕ ਸਿੱਖ ਹੈ ਜਿਹਨੂੰ ਪਤੰਗ ਕਹਿੰਦੇ ਹਨ। ਚੌਥੋ ਦਾਸ ਜਮਾਲ ਲਖਿਓ। ਇਸੇ ਪ੍ਰਕਾਰ ਮਹਾਰਾਜ ਜੀ ਚੌਥਾ ਜਿਹੜਾ ਸਿੱਖ ਹੈ ਆਪ ਜੀ ਦਾ, ਉਹ ਭਾਈ ਜਮਾਲ ਹੈ। ਸੰਮਣ ਤੇ ਮੂਸਣ ਦਾ ਜ਼ਿਕਰ ਵੀ ਕੀਤਾ ਤੇ ਭਾਈ ਪਤੰਗ ਤੇ ਜਮਾਲ ਦਾ ਵੀ ਜ਼ਿਕਰ ਮਹਾਰਾਜ ਨੇ ਕੀਤਾ। ਇਹਨਾਂ ਦਾ ਕਰੀਬਨ ਇਤਿਹਾਸ ਆਪਾਂ ਜਾਣਦੇ ਆ। ਸੰਮਣ ਮੂਸਣ ਦਾ ਪਿਓ ਪੁੱਤਰ ਸਨ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਸੇਵਾ ਦੀ ਖਾਤਰ ਸਾਧ ਸੰਗਤ ਜੀ ਆਪਣੀ ਮਿਹਨਤ ਜਦੋਂ ਸ਼ਾਹੂਕਾਰ ਨੇ ਨਾਂ ਦਿੱਤੀ ਤੇ ਉਹਦੇ ਘਰ ਦੇ ਵਿੱਚੋਂ ਜਾ ਕੇ ਆਪਣੀ ਮਿਹਨਤ ਦੀ ਮਾਇਆ ਲੈ ਕੇ ਮਹਾਰਾਜ ਨੂੰ ਲੰਗਰ ਦੀ ਸੇਵਾ ਕਰਾਈ। ਪਰ ਉੱਥੇ ਜਦੋਂ ਪੁੱਤਰ ਦਾ ਸੀਸ ਜਿਹੜਾ ਸੀ ਉਹ ਮਗੋਰੇ 'ਚ ਫਸ ਗਿਆ ਤੇ ਪਿਤਾ ਨੂੰ ਆਪਣੇ ਤਲਵਾਰ ਭੇਟ ਕਰਨਾ ਪਿਆ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਬਚਨਾਂ ਦੇ ਨਾਲ ਮੁੜ ਇਹ ਸੁਰਜੀਤ ਹੋਏ। ਤੇ ਉੱਥੇ ਮਹਾਰਾਜ ਨੇ ਇੱਕ ਬਚਨ ਵੀ ਉਚਾਰਨ ਕੀਤਾ ਸੀ, ਜਿਹੜਾ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਵੀ ਦਰਜ ਹੈ। ਰਾਵਣ ਹੋਤੇ ਸੋ ਰੰਕਨ ਹੈ, ਜਿਨ ਸਿਰ ਦੀਨੇ ਕਾਟ। ਜੇ ਤੁਹਾਡੇ ਮਨ ਵਿੱਚ ਇਹ ਭੁਲੇਖਾ ਹੋਵੇ, ਪਿਤਾ ਨੂੰ ਕਹਿੰਦੇ ਨੇ ਸੰਬੋਧਨ ਕਰਕੇ ਵੀ ਪੁੱਤਰ ਦਾ ਸਿਰ ਕੱਟਿਆ ਤੇ ਤਾਂ ਕਰਕੇ ਕਹਿੰਦੇ ਇਹ ਸੇਵਾ ਕਰਨੇ ਕਰਕੇ ਸਾਨੂੰ ਦਾਤ ਮਿਲੀ। ਕਹਿੰਦੇ ਰਾਵਣ ਕਿਹੜਾ ਉੱਥੇ ਕੰਗਾਲ ਸੀਗਾ, ਸੋਨੇ ਦੀ ਲੰਕਾ ਸੀ, ਉਹਨੇ ਵੀ ਤਾਂ 10 ਵਾਰੀ ਆਪਣਾ ਸੀਸ ਕੱਟ ਕੇ ਹਵਨ ਕੁੰਡ ਦੇ ਵਿੱਚ ਭੇਟ ਕੀਤਾ। ਰਾਵਣ ਹੋਤੇ ਸੋ ਰੰਕਨ ਹੈ, ਜਿਨ ਸਿਰ ਦੀਨੇ ਕਾਟ। ਉਹਨੇ ਵੀ ਸਿਰ ਕੱਟ ਕੇ ਭੇਟ ਕਰਕੇ ਬਖਸ਼ਿਸ਼ ਲਈ ਹੈ, ਤਾਂ ਇਹ ਬਖਸ਼ਿਸ਼ ਸਿਰ ਦੇ ਕੇ ਹੀ ਪ੍ਰਾਪਤ ਹੁੰਦੀ ਹੈ। ਸੰਮਣ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ, ਰਾਵਣ ਹੋਤੇ ਸੋ ਰੰਕਨ ਹੈ, ਜਿਨ ਸਿਰ ਦੀਨੇ ਕਾਟ। ਭਾਈ ਪਤੰਗ ਤੇ ਜਮਾਲ ਦੀ ਕਥਾ ਵੀ ਆਪਾਂ ਜਾਣਦੇ ਹਾਂ। ਇਹ ਵੀ ਦੋਨੇ ਸਿੱਖ ਮਹਾਰਾਜ ਜੀ ਦੇ ਇੱਕ ਪਠਾਨ ਨੇ ਮਾਇਆ ਰੱਖੀ ਸਿੱਖ ਦੇ ਘਰ ਦੇ ਵਿੱਚ, ਉਹ ਲਿਖਣੀ ਭੁੱਲ ਗਿਆ। ਸਾਲ ਬਾਅਦ ਜਦੋਂ ਆ ਕੇ ਪਠਾਨ ਮਾਇਆ ਮੰਗਦਾ, ਸਿੱਖ ਭੁੱਲ ਗਿਆ ਸੀ, ਕਹਿੰਦਾ ਜੀ ਮੇਰੇ ਕੋਲ ਤਾਂ ਹੈ ਨਹੀਂ। ਤੇ ਜਦੋਂ ਫਿਰ ਰੌਲਾ ਪੈ ਗਿਆ ਦੋਹਾਂ ਦਾ ਤੇ ਕਚਹਿਰੀ ਵਿੱਚ ਚਲੇ ਗਏ, ਨਵਾਬ ਨੇ ਫੈਸਲਾ ਕੀਤਾ ਵੀ ਕੜਾਇਆ ਰੱਖ ਦਿੱਤਾ ਤੇਲ ਦਾ, ਤੇ ਸਿੱਖ ਨੂੰ ਆਖਿਆ ਤੂੰ ਵੀ ਹੱਥ ਪਾ, ਤੇ ਪਠਾਨ ਨੂੰ ਆਖਿਆ ਤੂੰ ਵੀ ਹੱਥ ਪਾ। ਜਦੋਂ ਪਠਾਨ ਨੇ ਹੱਥ ਪਾਇਆ, ਉਹਦਾ ਹੱਥ ਸੜ ਗਿਆ, ਸਿੱਖ ਦਾ ਬਚ ਗਿਆ। ਤਾਂ ਫਿਰ ਉਹ ਇਸ ਗੱਲ ਕਰਕੇ ਜਿਹੜਾ ਉਹ ਨਵਾਬ ਸੀ, ਉਹਨੇ ਪਠਾਨ ਨੂੰ ਕੱਢ ਦਿੱਤਾ ਉੱਥੋਂ, ਆਖਿਆ ਵੀ ਤੂੰ ਝੂਠਾ ਹੈ, ਸਿੱਖ ਸੱਚਾ ਹੈ। ਪਰ ਸਿੱਖ ਦੇ ਮਨ ਅੰਦਰ ਵੀ ਇਹ ਗੱਲ ਕਿਤੇ ਨਾ ਕਿਤੇ ਆ ਗਈ ਵੀ ਉਹ ਇੰਨੀ ਜਿੱਦ ਕਰ ਰਿਹਾ ਸੀ, ਹੋ ਸਕਦਾ ਵੀ ਉਹਦੀ ਮਾਇਆ ਮੇਰੇ ਕੋਲ ਹੋਵੇ।
ਘਰ ਆ ਕੇ ਜਦੋਂ ਲੱਭੀ ਤੇ ਉਹ ਮਾਇਆ ਜਿਹੜੀ ਵਿੱਚੋਂ ਲੱਭ ਪਈ, ਪਰ ਉਹ ਲਿਖਣਾ ਭੁੱਲ ਗਏ ਸਨ। ਫਿਰ ਪਠਾਨ ਨੂੰ ਲੱਭਿਆ ਤੇ ਜਾ ਕੇ ਕਹਿਣ ਲੱਗੇ ਵੀ ਮੇਰੇ ਕੋਲੋਂ ਗਲਤੀ ਹੋ ਗਈ, ਮੇਰੇ ਕੋਲ ਹੀ ਤੇਰੀ ਮਾਇਆ ਸੀ ਪਰ ਲਿਖਣੀ ਭੁੱਲ ਗਿਆ ਸੀ। ਉਹ ਕਹਿੰਦਾ ਵੀ ਮਾਇਆ ਤਾਂ ਬਾਅਦ ਵਿੱਚ ਲਵਾਂਗਾ, ਬਸ ਮੈਨੂੰ ਇੰਨਾ ਦੱਸ ਦੇ ਵੀ ਮੈਂ ਸੱਚਾ ਸੀ ਤੇ ਮੇਰਾ ਹੱਥ ਸੜ ਗਿਆ, ਤੂੰ ਝੂਠਾ ਸੀ ਤੇਰਾ ਹੱਥ ਬਚ ਗਿਆ, ਇਹ ਕਿੱਦਾਂ ਹੋਇਆ? ਤਾਂ ਉੱਥੇ ਗੁਰਸਿੱਖ ਕਹਿਣ ਲੱਗਾ ਕਿ ਮੇਰਾ ਗੁਰੂ ਪੂਰਾ ਹੈ ਤੇ ਤੇਰਾ ਪੀਰ ਅਧੂਰਾ ਹੈ। ਫਰਕ ਇੰਨਾ ਕੁ ਹੈ, ਪਰ ਮੇਰੇ ਮਨ ਵਿੱਚ ਕਪਟ ਨਹੀਂ ਸੀ, ਕਿਸੇ ਤਰ੍ਹਾਂ ਦਾ ਛਲ ਨਹੀਂ ਸੀ, ਮੈਂ ਨਹੀਂ ਸੀ ਜਾਣਦਾ ਕਿ ਤੇਰੀ ਮਾਇਆ ਮੇਰੇ ਕੋਲ ਹੈ। ਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ, ਮੇਰਾ ਹੱਥ ਬਚਿਆ। ਫਿਰ ਉਹ ਪਠਾਨ ਨੂੰ ਨਾਲ ਲੈ ਕੇ ਅੰਮ੍ਰਿਤਸਰ ਸਾਹਿਬ ਆਏ। ਉਹੀ ਸਵਾਲ ਉਹਨੇ ਗੁਰੂ ਸਾਹਿਬ ਜੀ ਨੂੰ ਕੀਤਾ ਤੇ ਪੰਜਵੇਂ ਪਾਤਸ਼ਾਹ ਨੇ ਉੱਥੇ ਵੀ ਇਹ ਜਵਾਬ ਦਿੱਤਾ ਕਿ ਜਿਹੜਾ ਅਧੂਰੇ ਲੜ ਲੱਗਦਾ ਉਹ ਇਸੇ ਤਰ੍ਹਾਂ ਹੀ ਸੜਦਾ ਹੈ, ਜਿਹੜਾ ਪੂਰੇ ਦੇ ਲੜ ਲੱਗੇ ਉਹ ਤਰ ਜਾਂਦਾ ਹੈ, ਤੇ ਜਿਨ੍ਹਾਂ ਦੇ ਮਨ ਵਿੱਚ ਖੋਟ ਨਾ ਹੋਵੇ ਉਹ ਵੀ ਤਰ ਜਾਂਦੇ ਨੇ। ਤੋ ਇਹ ਭਾਈ ਪਤੰਗ ਤੇ ਭਾਈ ਜਮਾਲ ਦਾ ਜ਼ਿਕਰ ਵੀ ਜਿਹੜਾ ਸਤਿਗੁਰਾਂ ਨੇ ਆਪਣੀ ਪਵਿੱਤਰ ਬਾਣੀ ਵਿੱਚ ਕੀਤਾ ਹੈ। ਇਸ ਕਰਕੇ ਫਿਰ ਭਗਤ ਜਨਾਂ ਨੇ ਆਖਿਆ ਮਹਾਰਾਜ ਜੀ ਇਹ ਮੂਸਨ ਹਨ, ਇਹ ਸੰਮਣ ਨੇ, ਇਹ ਭਾਈ ਪਤੰਗ ਤੇ ਇਹ ਭਾਈ ਜਮਾਲ ਹਨ, ਇਸ ਤਰ੍ਹਾਂ ਇਹ ਚਾਰ ਹਨ। ਤਾਂ ਫਿਰ ਹੁਣ ਕਿਰਪਾ ਕਰਕੇ ਮਹਾਰਾਜ ਸਾਡੇ ਆਗਮਨ ਦਾ ਕਾਰਨ ਸੁਣ ਲਵੋ। ਇਸ ਤਰ੍ਹਾਂ ਜਿਵੇਂ ਭਗਤ ਜਨ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰਨਗੇ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਫਿਰ ਭਗਤ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਚੜਾਵਣਗੇ। ਕਥਾ ਆਪਾਂ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸਤਿਗੁਰੂ ਜੀ ਦੇ ਪਾਵਨ ਇਤਿਹਾਸ ਦੀ ਕਥਾ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਸਤਿਗੁਰੂ ਸਭਨਾਂ ਦਾ ਗਾਵਿਆ ਸੁਣਿਆ ਥਾਏ ਪਾਵਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਖੁਸ਼ੀ ਅੰਦਰ 10 ਤਰੀਕ ਨੂੰ ਜੋ ਨਗਰ ਕੀਰਤਨ ਨਿਕਲ ਰਹੇ ਨੇ, ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਤੋਂ 11 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ। ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਵੱਧ ਚੜ ਕੇ ਹਾਜ਼ਰੀਆਂ ਭਰ ਕੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਉ ਏਹੋ, ਨਾਨਕ ਚਾਉ ਏਹੋ, ਨਾਨਕ ਚਾਉ ਏਓ, ਨਾਨਕ ਚਾਉ ਏਓ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ, ਗੁਣਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾਂ ਕੀ ਸਦਾ ਬਬੇਕ, ਹੇ ਅਪਰੰਪਰ ਹਰ ਹਰੇ, ਹੈ ਪੀਓ ਅਣਹਾਰ, ਹੇ ਸੰਤਹ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ। ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ, ਜੋ
ਸ਼ਰਦਾ ਕਰ ਸੇਵੰਦੇ ਗੁਰ ਪਾਰਿ ਉਤਾਰਨਹਾਰ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਤੇਰੇ ਪਾਰ। ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰਿ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਦੇ ਚਰਨਾਂ ਪਾਸ ਬੇਨਤੀ ਹੈ, ਕੱਲ 9 ਤਰੀਕ ਨੂੰ ਧੰਨ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ ਹੈ। ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਵਿਖੇ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਦੀਵਾਨ ਸੱਜਣਗੇ ਔਰ ਐਤਵਾਰ ਕੱਲ ਸ਼ਾਮ ਨੂੰ 4 ਵਜੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਤੋਂ ਅਤੇ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਤੋਂ ਫ੍ਰੀ ਟਰੱਕ ਤੇ ਬੱਸਾਂ ਆਦਿਕ ਜਾਵਣਗੀਆਂ। ਜਿਨ੍ਹਾਂ ਸੰਗਤਾਂ ਨੇ ਜਾਣਾ ਹੋਵੇ ਉਹ ਸਮੇਂ ਸਿਰ ਪਹੁੰਚ ਕਰਕੇ ਮਹਾਰਾਜ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੇ ਪਾਵਨ ਸਥਾਨ ਤੇ ਜਾ ਕੇ ਗੁਰੂ ਕੇ ਸਾਹਿਬਜ਼ਾਦਿਆਂ ਦਾ ਜਨਮ ਦਿਹਾੜਾ ਮਨਾ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।